Hello students, hope you all are fine. कितना चल रहा है फिजिक्स? ओके, देखिए कुछ टॉपिक्स अपने पहले हो चुके सी और ਤੁਹਾਡੇ ਵਿੱਚੋਂ ਗਰੁੱਪ ਵਿੱਚ ਕਈ ਸਟੂਡੈਂਟਸ ਐਦਾਂ ਦੇ ਨੇ ਜਿਹੜੇ ਹੁਣੇ ਜੁਆਇਨ ਕੀਤਾ ਜਿਨ੍ਹਾਂ ਨੇ ਤਾਂ ਉਹਨਾਂ ਸਟੂਡੈਂਟਸ ਕੋਲ ਪਿਛਲੇ ਲੈਕਚਰਸ ਉਹ ਅਵੇਲੇਬਲ ਨਹੀਂ ਨੇ ਹੈ ਨਾ। ਆਪਾਂ ਜਦੋਂ WhatsApp ਦੇ ਗਰੁੱਪ 'ਚ ਜੁਆਇਨ ਕਰਦੇ ਹਾਂ ਤਾਂ ਜੋ ਉਹਦੇ 'ਚ ਪਹਿਲੇ ਹੈ ਉਹ ਆਪਾਂ ਨੂੰ ਅਵੇਲੇਬਲ ਨਹੀਂ ਹੁੰਦਾ। ਤਾਂ ਕੱਲ ਕੁਝ ਸਟੂਡੈਂਟਸ ਨੇ ਮੈਨੂੰ ਰਿਕੁਐਸਟ ਕੀਤਾ ਸੀ ਵੀ ਸਰ ਸਾਡੇ ਕੋਲ ਪੁਰਾਣਾ ਮਟੀਰੀਅਲ ਜਾਂ ਜੋ ਤੁਸੀਂ ਪਹਿਲੇ ਕਰਵਾ ਚੁੱਕੇ ਹੋ ਉਹ ਚੀਜ਼ਾਂ ਅਵੇਲੇਬਲ ਨਹੀਂ ਹੈਗੀਆਂ ਤਾਂ ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਜਾਂ ਕਰਨਾ ਚਾਹੁੰਦੇ ਹਾਂ। ਤਾਂ ਉਹ ਤੁਹਾਡੇ ਲਈ ਸਾਰਿਆਂ ਲਈ ਮੈਂ ਇੱਕ ਫਾਈਲ ਆ ਚੀਜ਼ ਬਣਾ ਕੇ ਦਿੱਤੀ ਹੈ। ਇਹ ਮੈਂ ਤੁਹਾਡੇ ਗਰੁੱਪ ਵਿੱਚ ਸੈਂਡ ਕਰ ਚੁੱਕਿਆ। ਠੀਕ ਹੈ, ਇਹ ਵੀਡੀਓ ਲੈਸਨਸ ਹੈ ਫॉर ਕਲਾਸ 11th। ਇੱਥੇ ਰਾਜੇ ਇਹ ਆਪਣੇ ਕੋਲ ਸੀਰੀਅਲ ਨੰਬਰ 1 to 11 ਤੱਕ ਇਹ ਦਿੱਤਾ ਹੋਇਆ ਹੈ ਸਾਰਾ ਕੰਮ। ਠੀਕ ਹੈ, 1 to 11 ਜਿਹੜਾ ਸੀਰੀਅਲ ਨੰਬਰ ਹੈ ਇਹਦੇ 'ਚ ਸਭ ਤੋਂ ਪਹਿਲੇ ਜਿਵੇਂ ਸਿਲੇਬਸ ਹੈ, ਸਿਲੇਬਸ ਫॉर ਕਲਾਸ 11th ਫਿਜ਼ਿਕਸ। ਠੀਕ ਹੈ, ਸਿਮਿਲਰਲੀ ਆਪਣੇ ਕੋਲ ਜਿਵੇਂ 5 ਨੰਬਰ ਸੀਰੀਅਲ ਤੇ ਮੋਸ਼ਨ ਇਨ 1 ਡਾਇਮੈਂਸ਼ਨ ਪਾਰਟ ਨੰਬਰ 3। ਠੀਕ ਹੈ, 7th ਤੇ ਆਪਣੇ ਕੋਲ ਲਾਜ਼ ਆਫ ਮੋਸ਼ਨ ਪਾਰਟ 1। ਜਿਹੜਾ ਵੀ ਤੁਸੀਂ ਵੀਡੀਓ ਲੈਕਚਰ ਇਹਨਾਂ 'ਚੋਂ ਦੇਖਣਾ ਚਾਹੁੰਦੇ ਹੋ ਤੁਸੀਂ ਉਸ ਚੀਜ਼ ਨੂੰ ਕਲਿੱਕ ਕਰਨਾ ਹੈ। ਇਹ PDF ਫਾਈਲ ਹੈ ਤੁਹਾਡੇ ਮੋਬਾਈਲ ਦੇ ਉੱਪਰ ਖੁੱਲ ਜਾਏਗੀ। ਖੁੱਲਣ ਤੋਂ ਬਾਅਦ ਮੰਨ ਲਓ ਤੁਸੀਂ ਸਿਲੇਬਸ ਦੇਖਣਾ ਚਾਹੁੰਦੇ ਹੋ ਤਾਂ ਯੂ ਹੈਵ ਟੂ ਕਲਿੱਕ ਦਿਸ। ਇਹਨੂੰ ਕਲਿੱਕ ਕਰੋਗੇ ਆਟੋਮੈਟਿਕਲੀ YouTube ਵਿੱਚ ਇਹ ਵਾਲਾ ਜਿਹੜਾ ਲਿੰਕ ਹੈ ਖੁੱਲ ਜਾਏਗਾ ਤੇ ਤੁਸੀਂ ਉਹਨੂੰ ਦੇਖ ਸਕਦੇ ਹੋ। ਸਿਮਿਲਰਲੀ ਫਿਰ 2nd, ਫਿਰ 3rd, 4th ਐਦਾਂ ਕਰਕੇ ਇਹ ਕੱਲ ਤੱਕ ਜਿੰਨਾ ਵੀ ਸੀਗਾ ਉਹ ਲਾਜ਼ ਆਫ ਮੋਸ਼ਨ ਪਾਰਟ ਨੰਬਰ 5 ਜਿਹੜਾ ਆਪਾਂ ਕਰ ਰਹੇ ਸੀ ਲਾਸਟ ਕੱਲ ਕੀਤਾ ਸੀਗਾ ਉਹ ਸਭ ਕੁਝ ਇੱਥੇ ਤੱਕ ਐਸ ਫਾਈਲ ਵਿੱਚ ਅਵੇਲੇਬਲ ਹੈ। ਓਕੇ, ਕਲੀਅਰ ਹੈ? ਤਾਂ ਇੱਕ ਤਾਂ ਇਹ ਕੰਮ ਕਰ ਲੈਣਾ, ਇਹ ਫਾਈਲ ਨੂੰ ਧਿਆਨ ਨਾਲ ਆਪਣੇ ਕੋਲ ਰੱਖ ਲੈਣਾ। ਇਹਦੇ 'ਚ ਹੁਣ ਤੱਕ ਦਾ ਪਿਛਲਾ ਸਮਝੋ 1 ਮਹੀਨੇ ਦਾ ਕੰਮ ਤੁਹਾਡਾ ਇਹਦੇ ਵਿੱਚ ਹੈਗਾ। ਜਿੰਨੇ ਵੀ ਲੈਕਚਰ ਹੈ ਪਿਛਲੇ 10-12 ਉਹ ਸਾਰੇ ਇਹਦੇ ਵਿੱਚ ਆ ਗਏ ਨੇ। ਠੀਕ ਹੈ, ਤਾਂ ਹੁਣ ਆਪਾਂ ਜੋ ਅੱਜ ਕੰਮ ਸਟਾਰਟ ਕਰਨਾ ਸੀਗਾ ਉਹ ਕੰਮ ਆਪਣਾ ਜਿਹੜਾ ਆਪਾਂ ਟੌਪਿਕ ਪਹਿਲੇ ਕਰ ਰਹੇ ਸੀ, ਇੱਕ ਨਵਾਂ ਟੌਪਿਕ ਹੈ ਫ੍ਰਿਕਸ਼ਨ। ਆਪਾਂ ਅੱਜ ਇਹਨੂੰ ਡਿਸਕਸ ਕਰਦੇ ਹਾਂ। ਠੀਕ ਹੈ, ਤਾਂ ਇਹ ਫਾਈਲ ਆਲਰੇਡੀ ਮੈਂ ਤੁਹਾਨੂੰ ਭੇਜੀ ਹੋਈ ਹੈ, ਸੇਮ ਫਾਈਲ ਹੈ। ਠੀਕ ਹੈ, PDF ਫਾਈਲ ਜਿਹੜੀ ਇੱਕ ਪਹਿਲਾਂ ਤੁਹਾਨੂੰ ਭੇਜੀ ਹੋਈ ਹੈ ਜਿਹਦੇ 'ਚ ਤੁਹਾਡਾ ਸਾਰਾ ਸਿਲੇਬਸ ਜਿਹੜਾ ਇਹ ਟੌਪਿਕ ਮੈਂ ਕਰਵਾ ਰਿਹਾ ਸੀ ਉਹ ਅਵੇਲੇਬਲ ਸੀ। ਠੀਕ ਹੈ, ਇਹਦੇ 'ਚ ਆਪਾਂ ਪੇਜ ਨੰਬਰ 14 ਦੇ ਉੱਪਰ ਤੁਸੀਂ ਚਲੇ ਜਾਣਾ ਹੈ। PDF ਫਾਈਲ ਦੇ ਵਿੱਚ ਪੇਜ ਨੰਬਰ 14 ਦੇ ਉੱਪਰ ਜਾਓਗੇ ਤਾਂ ਯੂ ਵਿਲ ਬੀ ਗੈਟਿੰਗ ਦਿਸ ਥਿੰਗ ਫ੍ਰਿਕਸ਼ਨ। ਠੀਕ ਹੈ, ਆਪਾਂ ਇਹਦੇ ਬਾਰੇ ਡਿਸਕਸ ਕਰਦੇ ਹਾਂ ਵਾਟ ਇਜ਼ ਫ੍ਰਿਕਸ਼ਨ। ਤਾਂ ਫ੍ਰਿਕਸ਼ਨ ਦੀ ਗੱਲ ਕਰੀਏ ਬੇਟਾ ਤਾਂ ਫ੍ਰਿਕਸ਼ਨ ਦਾ ਮਤਲਬ ਕੀ ਹੈ? ਪੰਜਾਬੀ 'ਚ ਤੁਸੀਂ ਪੜ੍ਹਿਆ ਹੋਊਗਾ ਰਗੜ ਬਲ, ਸੁਣਿਆ ਸੀ ਨਾ ਨਾਮ ਰਗੜ ਬਲ, ਹੈ ਨਾ। ਕੋਈ ਵੀ ਦੋ ਬੋਡੀਜ਼ ਹੈ ਉਹ ਜਦੋਂ ਇੱਕ ਦੂਜੇ ਨਾਲ ਟੱਚ ਕਰਕੇ ਉਹ ਬੋਡੀਜ਼ ਨੂੰ ਆਪਾਂ ਸਲਾਈਡ ਕਰਵਾਉਂਦੇ ਆ ਜਾਂ ਉਹ ਰਿਲੇਟਿਵ ਟੂ ਈਚ ਅਦਰ ਮੋਸ਼ਨ 'ਚ ਆਉਂਦੀਆਂ ਬੋਡੀਜ਼ ਇੱਕ ਦੂਜੇ ਦੇ ਨਾਲ ਕੰਟੈਕਟ ਵਿੱਚ ਆ ਕੇ ਤਾਂ ਉਦੋਂ ਇੱਕ ਫ੍ਰਿਕਸ਼ਨਲ ਫੋਰਸ ਲੱਗਦੀ ਹੈ। ਕਦੇ ਆਬਜ਼ਰਵ ਕੀਤਾ ਹੈ? ਆਪਣੇ ਹੈਂਡਸ ਨੂੰ ਰਬ ਕਰਕੇ ਦੇਖੋ, ਹੁਣੇ ਕਰਕੇ ਦੇਖੋ। ਰਬ ਕੀਤਾ ਕਦੇ ਹੈਂਡਸ ਨੂੰ? ਸਰਦੀਆਂ 'ਚ ਆਪਾਂ ਆਮ ਤੌਰ ਤੇ ਕਰਦੇ ਹਾਂ। ਆਪਾਂ ਠੰਡ ਲੱਗਦੀ ਪਈ ਹੁੰਦੀ ਆਪਾਂ ਕੀ ਕਰਦੇ ਹਾਂ? ਆਪਣੇ ਹੈਂਡਸ ਨੂੰ ਰਬ ਕਰਦੇ ਹਾਂ। ਤਾਂ ਕਿਉਂ ਕਰਦੇ ਹਾਂ ਹੈਂਡਸ ਨੂੰ ਰਬ? ਦੇਖਿਆ ਕਦੇ ਨਾ? ਕੀਤਾ ਹੈ ਨਾ? ਤਾਂ ਹੈਂਡਸ ਨੂੰ ਰਬ ਕਰਨ ਨਾਲ ਕੀ ਹੁੰਦਾ ਹੈ? ਫ੍ਰਿਕਸ਼ਨਲ ਫੋਰਸ ਲੱਗਦੀ ਹੈ ਆਪਣੇ ਦੋਨੋਂ ਹੈਂਡਸ ਦੇ ਵਿੱਚ, ਫ੍ਰਿਕਸ਼ਨਲ ਫੋਰਸ, ਕਿਉਂਕਿ ਦੋਨੋਂ ਹੈਂਡਸ ਇੱਕ ਦੂਜੇ ਦੇ ਕੰਟੈਕਟ ਵਿੱਚ ਹੈ ਤੇ ਦੇ ਆਰ ਇਨ ਮੋਸ਼ਨ। ਇੱਕ ਹੈਂਡ ਅੱਗੇ ਨੂੰ ਜਾ ਰਿਹਾ, ਦੂਜਾ ਪਿੱਛੇ ਨੂੰ ਜਾ ਰਿਹਾ, ਇੱਕ ਪਿੱਛੇ ਨੂੰ ਜਾ ਰਿਹਾ, ਦੂਜਾ ਅੱਗੇ ਨੂੰ ਜਾ ਰਿਹਾ, ਆਪੋਜ਼ਿਟ ਡਾਇਰੈਕਸ਼ਨ 'ਚ ਉਹਨਾਂ ਦੇ ਵਿੱਚ ਮੋਸ਼ਨ ਹੋ ਰਹੀ ਹੈ ਔਰ ਉਹਦੇ ਕਰਕੇ ਇੱਕ ਫ੍ਰਿਕਸ਼ਨਲ ਫੋਰਸ ਲੱਗ ਰਹੀ ਹੈ। ਠੀਕ ਹੈ, ਉਹ ਫ੍ਰਿਕਸ਼ਨਲ ਫੋਰਸ ਹੀਟ ਪ੍ਰੋਡਿਊਸ ਕਰਦੀ ਹੈ। ਉਹ ਤਾਂ ਕਰਕੇ ਆਪਾਂ ਸਰਦੀਆਂ ਵਿੱਚ ਆਮ ਤੌਰ ਤੇ ਇੱਦਾਂ ਕਰਦੇ ਹਾਂ। ਠੀਕ ਹੈ, ਹੁਣ ਫ੍ਰਿਕਸ਼ਨ ਕੀ ਚੀਜ਼ ਹੈ? ਜੇ ਆਪਾਂ ਇਹਨੂੰ ਡਿਫਾਈਨ ਕਰੀਏ ਤਾਂ ਫ੍ਰਿਕਸ਼ਨ ਇਜ਼ ਏ ਕੰਟੈਕਟ ਫੋਰਸ। ਠੀਕ ਹੈ, ਫ੍ਰਿਕਸ਼ਨ ਕੀ ਹੈ? ਕੰਟੈਕਟ ਫੋਰਸ ਹੈ। ਕੰਟੈਕਟ ਫੋਰਸ ਆਪਾਂ ਪਿੱਛੇ ਪੜਿਆ ਸੀ ਨਾ। ਕੰਟੈਕਟ ਫੋਰਸ ਦਾ ਮਤਲਬ ਕੀ ਹੈ? ਜਦੋਂ ਦੋ ਬੋਡੀਜ਼ ਇੱਕ ਦੂਜੇ ਦੇ ਕੰਟੈਕਟ ਵਿੱਚ ਹੋਣਗੀਆਂ ਉਦੋਂ ਜਿਹੜੀ ਫੋਰਸ ਹੈ ਉਹਨੂੰ ਆਪਾਂ ਕੀ ਬੋਲਾਂਗੇ? ਕੰਟੈਕਟ ਫੋਰਸ। ਤਾਂ ਫ੍ਰਿਕਸ਼ਨ ਇਜ਼ ਏ ਕੰਟੈਕਟ ਫੋਰਸ ਦੈਟ ਅਪੋਜ਼ਿਸ ਰਿਲੇਟਿਵ ਮੋਸ਼ਨ। ਠੀਕ ਹੈ, ਵੀ ਮੋਸ਼ਨ
ਜਿਹੜੀ ਇੱਕ ਬੋਡੀ ਤੇ ਦੂਜੀ ਬੋਡੀ ਇੱਕ ਦੂਜੇ ਦੇ ਨਾਲ ਕੰਟੈਕਟ ਵਿੱਚ ਹੋਣ ਤੋਂ ਬਾਅਦ ਮੋਸ਼ਨ 'ਚ ਹੈ ਤਾਂ ਉਸ ਮੋਸ਼ਨ ਨੂੰ ਫ੍ਰਿਕਸ਼ਨ ਅਪੋਜ਼ ਕਰਦੀ ਹੈ। ਫ੍ਰਿਕਸ਼ਨ ਕੀ ਕਰਦੀ ਹੈ? ਉਸ ਮੋਸ਼ਨ ਨੂੰ ਅਪੋਜ਼ ਕਰਦੀ ਹੈ। ਆਪਾਂ ਇੱਕ ਐਗਜ਼ਾਮਪਲ ਲੈ ਕੇ ਦੇਖਦੇ ਹਾਂ। ਇੱਥੇ ਮੰਨ ਲਓ ਇੱਕ ਬੋਡੀ ਹੈ, ਦਿਸ ਇਜ਼ ਯੋਰ ਫਰਸਟ ਬੋਡੀ, ਇੱਕ ਟੇਬਲ ਦਾ ਟੌਪ ਹੈ, ਇੱਕ ਟੇਬਲ ਹੈ, ਠੀਕ ਹੈ, ਕਲੀਅਰ ਹੈ। ਹੁਣ ਆਪਾਂ ਇੱਥੇ ਇੱਕ ਦੂਸਰੀ ਬੋਡੀ ਲੈਂਦੇ ਹਾਂ ਕਿ ਸਪੋਜ਼ ਕਰੋ ਆਈ ਐਮ ਕੰਸੀਡਰਿੰਗ ਵਨ ਮੋਰ ਬੋਡੀ ਹੇਅਰ, ਠੀਕ ਹੈ, ਆ ਇੱਕ ਦੂਸਰੀ ਬੋਡੀ ਹੈ, ਠੀਕ ਹੈ। ਹੁਣ ਆ ਜਿਹੜੀ ਉੱਪਰ ਵਾਲੀ ਬੋਡੀ ਹੈ ਇਹ ਮੂਵ ਕਰ ਰਹੀ ਹੈ, ਇਹ ਮੂਵ ਕਰ ਰਹੀ ਹੈ in this direction, it is moving like this, in this direction it is moving, ਠੀਕ ਹੈ। ਇੱਧਰਲੇ ਪਾਸੇ ਨੂੰ ਸਲਾਈਡ ਕਰਦੀ ਪਈ ਹੈ। ਆਪਾਂ ਕੋਈ ਫੋਰਸ ਲਾਈ ਇੱਥੇ, ਪੁਸ਼ ਕੀਤਾ ਇਸ ਬੋਡੀ ਨੂੰ, ਠੀਕ ਹੈ। ਮੈਂ ਇੱਥੇ ਕੋਈ ਫੋਰਸ ਲਾਈ ਇਹਦੇ ਤੇ, ਠੀਕ ਹੈ। ਫੋਰਸ ਅਪਲਾਈ ਕਰਨ ਤੇ ਇਹ ਬੋਡੀ ਇੱਧਰਲੇ ਪਾਸੇ ਨੂੰ ਮਤਲਬ ਲੈਫਟ ਟੂ ਰਾਈਟ ਵਾਲੇ ਪਾਸੇ ਨੂੰ ਜਾ ਰਹੀ ਹੈ। ਤਾਂ ਕੀ ਹੋਏਗਾ? ਜਿੱਥੇ ਇਹ ਦੋਨੋਂ ਬੋਡੀਜ਼ ਕੰਟੈਕਟ ਵਿੱਚ ਹੈਗੀਆਂ, ਆਹ ਵਾਲਾ ਪੋਜੀਸ਼ਨ, ਆ ਬੋਡੀ ਹੁਣ ਕੀ ਹੋ ਗਿਆ? ਆ ਬੋਡੀ ਪਹਿਲੀ ਬੋਡੀ ਜਿਹੜੀ ਨੀਚੇ ਵਾਲੀ ਹੈ ਮੰਨ ਲਓ ਆਪਣੀ ਸਟੇਸ਼ਨਰੀ ਹੈ, ਟੇਬਲ ਦਾ ਟੌਪ ਹੈ, ਉਹਦੇ ਉੱਤੇ ਕੋਈ ਇੱਕ ਵੁਡਨ ਆਪਣੇ ਕੋਲ ਕੋਈ ਛੋਟਾ ਜਿਹਾ ਇੱਕ ਟੁਕੜਾ ਹੈ, ਆਪਾਂ ਉਹਨੂੰ ਸਲਾਈਡ ਕਰਵਾ ਰਹੇ ਹਾਂ। ਤਾਂ ਕੀ ਹੋਏਗਾ? ਇਹਨਾਂ ਦੋਨਾਂ ਬੋਡੀਜ਼ ਦੇ ਵਿੱਚ ਫ੍ਰਿਕਸ਼ਨਲ ਫੋਰਸ ਆਏਗੀ, ਕੰਟੈਕਟ ਹੋ ਗਿਆ, ਦੋਨੋਂ ਬੋਡੀਜ਼ ਇੱਥੇ ਕੰਟੈਕਟ ਵਿੱਚ ਹੈਗੀਆਂ, ਠੀਕ ਹੈ। ਔਰ ਇਹਨਾਂ ਵਿੱਚ ਮੋਸ਼ਨ ਹੈ, ਬੋਡੀ ਸਲਾਈਡ ਕਰਦੀ ਪਈ ਹੈ ਲੈਫਟ ਟੂ ਰਾਈਟ, ਉਹਦੇ ਕਰਕੇ ਇੱਕ ਫ੍ਰਿਕਸ਼ਨਲ ਫੋਰਸ ਲੱਗੂਗੀ। ਹੁਣ ਉਹ ਫ੍ਰਿਕਸ਼ਨਲ ਫੋਰਸ ਕਿਵੇਂ ਲੱਗੂਗੀ? ਉਹਨੂੰ ਆਪਾਂ ਡਰਾ ਕਰਦੇ ਹਾਂ, ਉਹ ਫ੍ਰਿਕਸ਼ਨਲ ਫੋਰਸ ਦੈਟ ਵਿਲ ਬੀ ਇਨ ਆਪੋਜ਼ਿਟ ਡਾਇਰੈਕਸ਼ਨ। ਉਹ ਫ੍ਰਿਕਸ਼ਨਲ ਫੋਰਸ ਜਿਹੜੀ ਲੱਗੂਗੀ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਲੱਗੂਗੀ। ਲੈਟ ਅਸ ਸਪੋਜ਼ ਆਪਾਂ ਇੱਥੇ ਇੱਕ ਮੈਂ ਬਣਾ ਰਿਹਾ ਕਿ ਉਹ ਫੋਰਸ ਇੱਧਰਲੇ ਪਾਸੇ ਨੂੰ ਲੱਗ ਰਹੀ ਹੈ, ਠੀਕ ਹੈ। ਦਿਸ ਫੋਰਸ ਇਜ਼ ਐਕਟਿਡ ਇਨ ਦਿਸ ਡਾਇਰੈਕਸ਼ਨ, ਠੀਕ ਹੈ। ਇਹ ਵਾਲੀ ਜਿਹੜੀ ਫੋਰਸ ਹੈ ਜਿਹੜੀ ਆਪਾਂ ਗ੍ਰੀਨ ਕਲਰ ਨਾਲ ਮੈਂ ਬਣਾਈ ਹੈ, ਦਿਸ ਇਜ਼ ਫ੍ਰਿਕਸ਼ਨਲ ਫੋਰਸ। ਇਹ ਕਿਹੜੀ ਫੋਰਸ ਹੈ? ਫ੍ਰਿਕਸ਼ਨ ਹੈ, ਠੀਕ ਹੈ। ਇਹ ਹੁਣ ਕਿਹੜੀ ਡਾਇਰੈਕਸ਼ਨ 'ਚ ਲੱਗ ਰਹੀ ਹੈ ਬੇਟਾ? ਇਹ ਹਮੇਸ਼ਾ ਕਿੱਧਰ ਲੱਗੂਗੀ? ਆਪੋਜ਼ਿਟ ਟੂ ਮੋਸ਼ਨ। ਆ ਮੋਸ਼ਨ ਇੱਧਰਲੇ ਪਾਸੇ ਨੂੰ ਸੀ, ਬੋਡੀ ਕਿੱਧਰਲੇ ਪਾਸੇ ਨੂੰ ਜਾ ਰਹੀ ਸੀ, ਮੋਸ਼ਨ ਤੁਹਾਡਾ ਕਿੱਧਰ ਨੂੰ ਸੀਗਾ? ਫਰੋਮ ਲੈਫਟ ਟੂ ਰਾਈਟ, ਠੀਕ ਹੈ। ਮੋਸ਼ਨ ਆਪਣਾ ਕਿੱਧਰ ਨੂੰ ਸੀਗਾ? ਲੈਫਟ ਟੂ ਰਾਈਟ। ਫ੍ਰਿਕਸ਼ਨ ਕਿੱਧਰ ਨੂੰ ਲੱਗ ਰਹੀ ਹੈ? ਰਾਈਟ ਟੂ ਲੈਫਟ, ਆਪੋਜ਼ਿਟ ਡਾਇਰੈਕਸ਼ਨ 'ਚ ਲੱਗੂਗੀ। ਕਿਉਂਕਿ ਇਹਨੇ ਇਸ ਮੋਸ਼ਨ ਨੂੰ, ਜਿਹੜੀ ਆ ਮੋਸ਼ਨ ਹੈ, ਫ੍ਰਿਕਸ਼ਨ ਨੇ ਉਹਨੂੰ ਅਪੋਜ਼ ਕਰਨਾ ਹੈ। ਅਪੋਜ਼ ਤਾਂ ਹੀ ਹੋਊਗੀ ਜੇ ਉਹਦੇ ਆਪੋਜ਼ਿਟ ਲੱਗੂਗੀ ਤਾਂ, ਠੀਕ ਹੈ, ਓਕੇ। ਉਸ ਤੋਂ ਅਗਲਾ ਪੁਆਇੰਟ ਦੇਖੋ, ਉਸ ਤੋਂ ਅਗਲਾ ਪੁਆਇੰਟ ਕੀ ਹੈ ਕਿ no friction exist till an external force is applied। ਜਦੋਂ ਤੱਕ ਆਪਾਂ ਐਕਸਟਰਨਲ ਫੋਰਸ ਨਹੀਂ ਲਾਉਂਦੇ ਉਦੋਂ ਤੱਕ ਕੋਈ ਫ੍ਰਿਕਸ਼ਨਲ ਫੋਰਸ ਨਹੀਂ ਲੱਗਦੀ। ਆ ਫ੍ਰਿਕਸ਼ਨਲ ਫੋਰਸ ਉਦੋਂ ਲੱਗੀ ਜਦੋਂ ਆਪਾਂ ਆਹ ਵਾਲੀ ਫੋਰਸ ਲਾਈ, ਐਕਸਟਰਨਲ ਫੋਰਸ ਲਾਈ, ਜਿਹੜੀ ਆ ਫੋਰਸ ਲਾਈ ਸੀ ਨਾ, ਫੋਰਸ ਲਾਉਣ ਤੇ ਬੋਡੀ ਸਾਡੀ ਮੋਸ਼ਨ 'ਚ ਆ ਗਈ ਸੀ, ਤਾਂ ਫ੍ਰਿਕਸ਼ਨਲ ਫੋਰਸ ਲੱਗੂਗੀ। ਤੇ ਜੇਕਰ ਆ ਫੋਰਸ ਅਸੀਂ ਨਹੀਂ ਲਾਉਂਦੇ, ਇਹ ਬੋਡੀ ਇੱਥੇ ਪਈ ਰਵੇ, ਫਿਰ ਕੋਈ ਫ੍ਰਿਕਸ਼ਨਲ ਫੋਰਸ ਨਹੀਂ ਹੋਊਗੀ। ਕਲੀਅਰ ਹੋ ਗਿਆ? ਵੀ ਫ੍ਰਿਕਸ਼ਨਲ ਫੋਰਸ ਐਗਜ਼ਿਸਟ ਮਤਲਬ ਵੀ ਕਦੋਂ ਉਹ ਪੈਦਾ ਹੁੰਦੀ ਹੈ? till an external force is applied, no frictional force exist। ਕੋਈ ਵੀ ਫ੍ਰਿਕਸ਼ਨਲ ਫੋਰਸ ਉਦੋਂ ਤੱਕ ਨਹੀਂ ਲੱਗਦੀ ਜਦੋਂ ਤੱਕ ਆਪਾਂ ਕੋਈ ਬਾਹਰੀ ਬਲ ਨਹੀਂ ਲਾਇਆ, ਓਕੇ। ਹੁਣ ਦੇਖੋ ਆਪਣੇ ਕੋਲ ਜਿਹੜੀ ਫ੍ਰਿਕਸ਼ਨ ਹੈ 3 ਟਾਈਪਸ ਆਫ ਫ੍ਰਿਕਸ਼ਨ ਹੈ, 3 ਤਰ੍ਹਾਂ ਦੀ ਹੈ। ਉਹਦੇ ਚ ਪਹਿਲਾ ਜਿਹੜਾ ਟਾਈਪ ਆਉਂਦਾ ਪਿਆ ਸਾਡੇ ਕੋਲ, ਫਰਸਟ ਟਾਈਪ ਇਜ਼ ਯੂਅਰ ਦਿਸ ਸਟੈਟਿਕ ਫ੍ਰਿਕਸ਼ਨ। ਇਹ ਆਪਣੇ ਕੋਲ ਪਹਿਲੀ ਟਾਈਪ ਹੈ ਜਿਹਨੂੰ ਆਪਾਂ ਨਾਮ ਦਿੱਤਾ ਸਟੈਟਿਕ ਫ੍ਰਿਕਸ਼ਨ। ਆਪਾਂ ਫ੍ਰਿਕਸ਼ਨ ਦੀ ਗੱਲ ਕਰ ਰਹੇ ਹਾਂ। ਫ੍ਰਿਕਸ਼ਨ ਹੁੰਦਾ ਰਗੜ ਬਲ। ਕੋਈ ਵੀ ਦੋ ਚੀਜ਼ਾਂ ਇੱਕ ਦੂਜੇ ਦੇ ਕੰਟੈਕਟ ਵਿੱਚ ਚੱਲਣਗੀਆਂ ਤਾਂ ਉਹਨੂੰ ਬੋਲਾਂਗੇ, ਉਦੋਂ ਉਹਨਾਂ ਦੋਨਾਂ ਵਿੱਚ ਕੀ ਲੱਗੂਗਾ? ਰਗੜ ਬਲ ਪੈਦਾ ਹੋਊਗਾ। ਰਗੜ ਬਲ ਹਮੇਸ਼ਾ ਆਪੋਜ਼ਿਟ ਡਾਇਰੈਕਸ਼ਨ 'ਚ ਪੈਦਾ ਹੋਊਗਾ। ਫ੍ਰਿਕਸ਼ਨ ਹਮੇਸ਼ਾ ਆਪੋਜ਼ਿਟ ਡਾਇਰੈਕਸ਼ਨ 'ਚ ਪੈਦਾ ਹੋਊਗੀ। ਜਿਸ ਡਾਇਰੈਕਸ਼ਨ 'ਚ ਸਾਡੀ ਬੋਡੀ ਮੋਸ਼ਨ 'ਚ ਹੈ ਉਹਦੇ ਆਪੋਜ਼ਿਟ ਲੱਗੂਗੀ, ਓਕੇ। ਜਦ ਤੱਕ ਆਪਾਂ ਐਕਸਟਰਨਲ ਫੋਰਸ ਨਹੀਂ ਲਾਈ, ਐਕਸਟਰਨਲ ਫੋਰਸ ਆ ਲਾਈ ਸੀ ਨਾ ਤਾਂ ਕਿ ਇਹ ਬੋਡੀ ਚੱਲੇ, ਉਦੋਂ ਤੱਕ ਕੋਈ ਫ੍ਰਿਕਸ਼ਨਲ ਫੋਰਸ ਨਹੀਂ ਲੱਗੂਗੀ। ਜਦੋਂ ਆਪਾਂ ਐਕਸਟਰਨਲ ਫੋਰਸ ਲਾਵਾਂਗੇ ਉਦੋਂ ਆਪਣੀ ਫ੍ਰਿਕਸ਼ਨਲ ਫੋਰਸ ਵੀ ਲੱਗੂਗੀ, ਓਕੇ। ਇੱਥੋਂ ਤੱਕ ਨਾ। ਹੁਣ ਪਹਿਲੀ ਟਾਈਪ ਹੈ ਸਟੈਟਿਕ ਫ੍ਰਿਕਸ਼ਨ। ਸਟੈਟਿਕ ਨਾਮ ਸੁਣੇ? ਸਟੈਟਿਕ ਆਪਣੇ ਕੋਲ ਸਟੈਟਿਕ ਚਾਰजेस ਹੁੰਦਾ ਹੈ, ਸਟੈਟਿਕ ਇਲੈਕਟ੍ਰਿਸਿਟੀ ਹੁੰਦੀ ਹੈ,
है ना। स्टैटिक ਦਾ ਕੀ ਮਤਲਬ ਹੈ? ਸਟੈਟਿਕ ਦਾ ਮਤਲਬ ਹੁੰਦਾ ਹੈ ਕਿ ਵੈਨ ਏ ਬੋਡੀ ਇਜ਼ ਇਨ ਦਾ ਸਟੇਟ ਆਫ ਰੈਸਟ, ਜਦੋਂ ਕੋਈ ਵੀ ਬੋਡੀ ਰੈਸਟ ਦੀ ਸਟੇਟ ਵਿੱਚ ਹੈ, ਵੈਨ ਇਟ ਇਜ਼ ਨਾਟ ਮੂਵਿੰਗ then it is static friction। ठीक है। force that resist initiation of motion of one body over another with which it is in contact। देखो एक बॉडी आ पई है, हजे चल नहीं रही, तुसी इन ते फोर्स लगाई, फोर्स लगा जिवें तुसी फोर्स लगानी अप्लाई करोगे उवें ही एक फ्रिक्शनल फोर्स अप्लाई होनी शुरू हो जाएगी। ये फ्रिक्शनल फोर्स ਤੁਹਾਡੀ ਇਸ ਫੋਰਸ ਨੂੰ ਅਪੋਜ਼ ਕਰੂਗੀ। ਹੋ ਸਕਦਾ ਹੈ ਇਹ ਬੋਡੀ ਮੋਸ਼ਨ 'ਚ ਆਵੇ ਹੀ ਨਾ। ਜਿਵੇਂ ਮੰਨ ਲਓ ਕੋਈ ਹੈਵੀ ਟਰੰਕ ਪਿਆ, ਹੈਵੀ ਹੈ, ਥੱਲੇ ਜਿਹੜੀ ਆਪਣੀ ਜ਼ਮੀਨ ਦੇ ਉੱਤੇ ਫਰਸ਼ ਦੇ ਉੱਤੇ ਪਿਆ, ਆਪਾਂ ਉਹਨੂੰ ਪੁਸ਼ ਕਰਤਾ, ਪੁਸ਼ ਕਰਦੇ ਪਏ ਆ, ਫੋਰਸ ਲਾਉਂਦੇ ਪਏ ਆ, ਬਟ ਉਹ ਟਰੰਕ ਮੂਵ ਨਹੀਂ ਕਰਦਾ ਪਿਆ। ਕੋਈ ਸੰਦੂਕ ਪਿਆ ਮੂਵ ਨਹੀਂ ਕਰਦਾ ਪਿਆ ਕਿਉਂਕਿ ਉਹ ਹੈਵੀ ਹੈ। ਉਦੋਂ ਕੀ ਹੋ ਰਿਹਾ? ਜਿਵੇਂ ਆਪਾਂ ਫੋਰਸ ਲਾ ਰਹੇ ਹਾਂ ਉਵੇਂ ਹੀ ਫ੍ਰਿਕਸ਼ਨਲ ਫੋਰਸ ਲੱਗ ਰਹੀ ਹੈ। ਫ੍ਰਿਕਸ਼ਨਲ ਫੋਰਸ ਆਪਣੀ ਫੋਰਸ ਨੂੰ ਅਪੋਜ਼ ਕਰਦੀ ਪਈ ਹੈ। ਜੇ ਜਿੰਨੀ ਫੋਰਸ ਆਪਾਂ ਲਾਈ ਓਨੀ ਫ੍ਰਿਕਸ਼ਨਲ ਫੋਰਸ ਲੱਗ ਗਈ ਤਾਂ ਦੋਨੋਂ ਫੋਰਸਿਸ ਇਕੁਅਲ ਐਂਡ ਆਪੋਜ਼ਿਟ ਹੈ, ਉਹਨਾਂ ਦਾ ਨੈਟ ਇਫੈਕਟ 0 ਹੋ ਜਾਊਗਾ ਤੇ ਤੁਹਾਡੀ ਬੋਡੀ ਮੂਵ ਨਹੀਂ ਕਰੂਗੀ। ਠੀਕ ਹੈ ਨਾ। ਜੇਕਰ ਫ੍ਰਿਕਸ਼ਨਲ ਫੋਰਸ ਸਾਡੀ ਫੋਰਸ ਦੇ ਬਰਾਬਰ ਹੋਗੀ ਤਾਂ ਉਦੋਂ ਜਿਹੜੀ ਨੈਟ ਫੋਰਸ ਹੈ ਉਹ 0 ਹੋਗੀ ਨਾ ਬੋਡੀ ਤੇ, ਬੋਡੀ ਨੇ ਮੂਵ ਨਹੀਂ ਕਰਨਾ। ਇਹਦਾ ਮਤਲਬ ਜਦੋਂ ਬੋਡੀ ਸਾਡੀ ਖੜੀ ਸੀਗੀ ਉਦੋਂ ਵੀ ਇੱਕ ਫ੍ਰਿਕਸ਼ਨਲ ਫੋਰਸ ਪੈਦਾ ਹੋਈ ਸੀ ਜਿਨੇ ਕੀ ਕੀਤਾ ਸੀ, ਜਿਨੇ ਇਸ ਬੋਡੀ ਨੇ ਹੁਣ ਮੋਸ਼ਨ ਚ ਆਉਣਾ ਸ਼ੁਰੂ ਕਰਨਾ ਸੀ ਤੇ ਇਹਨੇ ਉਹਨੂੰ ਅਪੋਜ਼ ਕਰਨਾ ਹੈ ਇਸ ਫ੍ਰਿਕਸ਼ਨ ਨੇ, ਤੇ ਇਸ ਫ੍ਰਿਕਸ਼ਨ ਨੂੰ ਅਸੀਂ ਨਾਮ ਦੇਵਾਂਗੇ ਸਟੈਟਿਕ ਫ੍ਰਿਕਸ਼ਨ। ਠੀਕ ਹੈ, ਇਹਨੂੰ ਅਸੀਂ ਡਿਫਾਈਨ ਕਰ ਰਹੇ ਹਾਂ ਸਟੈਟਿਕ ਫ੍ਰਿਕਸ਼ਨ ਨੂੰ। ਲੈਟ ਅਸ ਡਿਫਾਈਨ ਸਟੈਟਿਕ ਫ੍ਰਿਕਸ਼ਨ ਕੀ ਹੈ ਕਿ ਫੋਰਸ ਦੈਟ ਰੈਜ਼ਿਸਟ ਇਨੀਸ਼ੀਏਸ਼ਨ ਆਫ ਮੋਸ਼ਨ ਆਫ ਵਨ ਬੋਡੀ ਓਵਰ ਅਨਦਰ। ਠੀਕ ਹੈ, ਵੀ ਉਹ ਫੋਰਸ ਜਿਹੜੀ ਮੋਸ਼ਨ ਨੂੰ ਸ਼ੁਰੂ ਹੋਣ ਤੋਂ ਰੋਕਦੀ ਹੈ, ਵੀ ਮੋਸ਼ਨ ਸ਼ੁਰੂ ਹੋਵੇ ਹੀ ਨਾ। ਜਦੋਂ ਇੱਕ ਬੋਡੀ ਦੂਜੀ ਬੋਡੀ ਦੇ ਕੰਟੈਕਟ ਵਿੱਚ ਹੈਗੀ ਹੈ ਤੇ ਆਪਾਂ ਉਹਨ ਤੇ ਫੋਰਸ ਲਾਈ ਤਾਂ ਇੱਕ ਫੋਰਸ ਐਦਾਂ ਦੀ ਲੱਗੂਗੀ ਜਿਹੜੀ ਫ੍ਰਿਕਸ਼ਨਲ ਫੋਰਸ ਹੈ, ਜਿਹੜੀ ਉਸ ਮੋਸ਼ਨ ਨੂੰ ਸ਼ੁਰੂ ਹੋਣ ਦੇਣਾ ਨਹੀਂ ਚਾਹੁੰਦੀ। ਉਹ ਨਹੀਂ ਚਾਹੁੰਦੀ ਕਿ ਬੋਡੀ ਸਾਡੀ ਮੋਸ਼ਨ 'ਚ ਆਵੇ। ਉਸ ਫੋਰਸ ਨੂੰ ਆਪਾਂ ਫਿਰ ਉਸ ਨੂੰ ਕੀ ਕਵਾਂਗੇ? ਵੀ ਵਿਲ ਕਾਲ ਸਟੈਟਿਕ ਫ੍ਰਿਕਸ਼ਨ। ਠੀਕ ਹੈ, ਕਲੀਅਰ ਹੈ। ਇਟ ਆਲਸੋ ਅਪੋਜ਼ਿਸ ਇੰਪੈਂਡਿੰਗ ਮੋਸ਼ਨ। ਇੰਪੈਂਡਿੰਗ ਮੋਸ਼ਨ ਮਤਲਬ ਵੀ ਜਿਹੜਾ ਮੋਸ਼ਨ ਸਟਾਰਟ ਹੋਣਾ ਚਾਹੁੰਦਾ ਹੈ, ਮੋਸ਼ਨ ਆਪਣਾ ਮੰਨ ਲਓ ਆਪਾਂ ਫੋਰਸ ਲਾਈ ਹੈ ਨਾ, ਆਪਾਂ ਫੋਰਸ ਅਪਲਾਈ ਕੀਤੀ, ਜਿਹੜਾ ਬਲੂ ਕਲਰ ਨਾਲ ਤੁਹਾਡਾ ਐਰੋ ਲੱਗਿਆ ਹੋਇਆ ਹੈ, ਉਹਦੇ ਕਰਕੇ ਬੋਡੀ ਇੱਧਰਲੇ ਪਾਸੇ ਮੋਸ਼ਨ 'ਚ ਆਉਣਾ ਚਾਹੁੰਦੀ ਹੈ। ਪਰ ਸਟੈਟਿਕ ਫ੍ਰਿਕਸ਼ਨ ਉਹਨੂੰ ਮੰਨ ਲਓ ਜੇ ਸਟੈਟਿਕ ਫ੍ਰਿਕਸ਼ਨ ਹੋਵੇ ਤਾਂ ਸਟੈਟਿਕ ਫ੍ਰਿਕਸ਼ਨ ਉਹਨੂੰ ਮੋਸ਼ਨ 'ਚ ਆਉਣ ਤੋਂ ਰੋਕੂਗੀ, ਵੀ ਮੋਸ਼ਨ 'ਚ ਆਵੇ ਹੀ ਨਾ, ਉਹਨੂੰ ਅਪੋਜ਼ ਕਰੂਗੀ। ਐਂਡ ਇਟ ਇਜ਼ ਡਿਨੋਟਡ ਬਾਈ ਐਫ ਐਸ। ਐਸ ਮਤਲਬ ਸਟੈਟਿਕ, ਐਫ ਪਾ ਕੇ ਥੱਲੇ ਉਹਦੇ ਛੋਟਾ ਜਿਹਾ ਆਪਾਂ ਐਸ ਪਾਉਂਦੇ ਆ। ਉਹ ਐਸ ਦਾ ਮਤਲਬ ਕੀ ਹੈ ਕਿ ਇਟ ਇਜ਼ ਫॉर ਸਟੈਟਿਕ ਫ੍ਰਿਕਸ਼ਨ, ਕਿ ਫੋਰਸ ਆਫ ਸਟੈਟਿਕ ਫ੍ਰਿਕਸ਼ਨ। ਠੀਕ ਹੈ, ਕਲੀਅਰ ਹੈ। ਹੁਣ ਲੈਟ ਦਾ ਬੋਲ ਬੀ ਐਟ ਰੈਸਟ ਇਨੀਸ਼ੀਅਲੀ। ਆ ਬੋਲ ਮੰਨ ਲਓ ਰੈਸਟ ਵਿੱਚ ਪਈ ਹੈ, ਆਪਾਂ ਇੱਥੇ ਇੱਕ ਅਪਲਾਈਡ ਫੋਰਸ ਕਰਤੀ ਤੇ ਇੱਕ ਫੋਰਸ ਲਾਤੀ ਜਿਹਨੂੰ ਅਸੀਂ ਨਾਮ ਦੇਤਾ ਐਫ ਏ। ਉਹ 0 ਹੈ। ਫੋਰਸ ਅਸੀਂ ਕਿੰਨੀ ਲਾਈ? 0। ਮਤਲਬ ਅਸੀਂ ਇਹਦੇ ਤੇ ਕੋਈ ਫੋਰਸ ਨਹੀਂ ਲਾਈ। ਉਹਦਾ ਮਤਲਬ ਕੀ ਹੈ? ਆਪਾਂ ਕਵਾਂਗੇ ਫੋਰਸ ਆਪਾਂ 0 ਲਾਈ ਹੈ। 0 ਲਾਈ ਹੈ ਤਾਂ ਸਟੈਟਿਕ ਫ੍ਰਿਕਸ਼ਨ ਵੀ ਕਿੰਨੀ ਹੈ ਉਸ ਟਾਈਮ ਤੇ? 0 ਹੈ। ਐਫ ਐਸ ਵੀ 0 ਹੈ। ਐਫ ਏ ਇਜ਼ 0, ਐਫ ਐਸ ਇਜ਼ ਆਲਸੋ 0। ਠੀਕ ਹੈ। ਲੇਟਰ ਅਪਲਾਈਡ ਫੋਰਸ ਐਫ ਏ ਇਜ਼ ਇਕੁਅਲ ਟੂ ਐਫ। ਮੰਨ ਲਓ ਬਾਅਦ ਵਿੱਚ ਆਪਾਂ ਉਹਨ ਤੇ ਫੋਰਸ ਲਾਤੀ, then fs also increases but only up to a certain limit. As soon as fa become greater than fs the ball start to move. ਹੁਣ ਹੋਏਗਾ ਕੀ ਬੱਚੇ? ਹੋਏਗਾ ਇਹ ਵੀ ਪਹਿਲੇ ਤੁਹਾਡੀ ਜਿਹੜੀ ਫੋਰਸ ਤੁਸੀਂ ਅਪਲਾਈ ਕਰ ਰਹੇ ਹੋ ਇਹਦੇ ਤੇ, ਜਿਹੜੀ ਫੋਰਸ ਆਪਾਂ ਲਗਾ ਰਹੇ ਹਾਂ, ਉਹ ਫੋਰਸ ਮੰਨ ਲਓ ਤੁਸੀਂ ਇੱਧਰਲੇ ਪਾਸੇ ਬੋਲ ਦੇ ਉੱਤੇ ਲਗਾ ਰਹੇ ਹੋ। ਇਸ ਫੋਰਸ ਦਾ ਨਾਮ ਆਪਾਂ ਕੀ ਦੇਤਾ? ਦਿਸ ਇਜ਼ ਯੋਰ fa ਫੋਰਸ। ਆਹ ਵਾਲੀ ਫੋਰਸ ਅਪਲਾਈਡ, ਆਹ ਫੋਰਸ ਹੈ ਜਿਹੜੀ ਆਪਾਂ ਇੱਥੇ ਲਗਾ ਰਹੇ ਹਾਂ। ਠੀਕ ਹੈ, ਉਹਦੇ ਕਰਕੇ ਐਸ ਬੋਲ ਤੇ ਐਸ ਟੇਬਲ ਦੇ ਵਿਚਾਲੇ ਇੱਕ ਫ੍ਰਿਕਸ਼ਨਲ ਫੋਰਸ ਲੱਗੂਗੀ। ਉਸ ਫ੍ਰਿਕਸ਼ਨਲ ਫੋਰਸ ਨੂੰ ਮੰਨ ਲਓ ਮੈਂ ਇੱਥੇ ਸ਼ੋ ਕਰ ਰਿਹਾ, ਇਹ ਆਹ ਵਾਲੀ ਫੋਰਸ ਹੈ ਜਿਹੜੀ ਐਫ ਐਸ। ਇਹ ਕਿਹੜੀ ਵਾਲੀ ਫੋਰਸ ਹੈ? ਫ੍ਰਿਕਸ਼ਨਲ ਫੋਰਸ। ਪਹਿਲੇ ਜਦੋਂ ਅਸੀਂ ਐਫ ਏ 0 ਹੈ, ਐਫ ਐਸ ਵੀ 0 ਹੈ, ਉਹ ਅਸੀਂ ਉੱਤੇ ਕਿਹਾ ਸੀ ਨਾ,
ਉੱਪਰ ਆਪਾਂ ਕੀ ਕਿਹਾ ਸੀ ਹੁਣੇ ਵੀ ਫੋਰਸ ਉਦੋਂ ਲੱਗਦੀ ਹੈ ਜਦੋਂ ਆਪਾਂ ਐਕਸਟਰਨਲ ਫੋਰਸ ਲਾਵਾਂਗੇ, ਉਦੋਂ ਫ੍ਰਿਕਸ਼ਨਲ ਫੋਰਸ ਲੱਗਦੀ ਹੈ। ਇੱਥੇ ਅਜੇ ਆਪਾਂ ਐਕਸਟਰਨਲ ਫੋਰਸ ਕਿੰਨੀ ਲਾਈ ਹੈ? 0। ਐਫ ਏ ਅਪਲਾਈ ਕਿੰਨਾ ਕੀਤਾ? ਫੋਰਸ ਕਿੰਨੀ ਅਪਲਾਈ ਕੀਤੀ? 0। ਜਦੋਂ 0 ਅਪਲਾਈ ਕੀਤਾ ਸੀ ਫੋਰਸ, ਉਦੋਂ ਸਾਡੀ ਫ੍ਰਿਕਸ਼ਨਲ ਫੋਰਸ ਆਟੋਮੈਟਿਕਲੀ 0 ਸੀ। ਠੀਕ ਹੈ, 0 ਦਾ ਮਤਲਬ ਵੀ ਕੋਈ ਫ੍ਰਿਕਸ਼ਨ ਨਹੀਂ ਹੈਗੀ ਸੀ, ਸਟੈਟਿਕ ਫ੍ਰਿਕਸ਼ਨ। ਬਾਅਦ ਵਿੱਚ ਅਸੀਂ ਜਿਹੜੀ ਅਪਲਾਈਡ ਫੋਰਸ ਹੈ ਐਫ ਏ, ਉਹ ਕਿੰਦੇ ਬਰਾਬਰ ਲੈ ਲਈ? ਐਫ ਦੇ ਬਰਾਬਰ ਲੈ ਲਈ। ਮਤਲਬ ਕੁਝ ਵੈਲਿਊ ਲਗਾਤੀ। ਫੋਰਸ ਨੂੰ ਅਸੀਂ ਕਿੰਦੇ 'ਚ ਮਾਪਦੇ ਹਾਂ ਬੇਟਾ? ਯੂਨਿਟ ਕੀ ਸੀਗਾ ਫੋਰਸ ਦਾ? ਨਿਊਟਨ। ਫੋਰਸ ਦਾ ਯੂਨਿਟ ਕੀ ਸੀਗਾ? ਨਿਊਟਨ। ਮੰਨ ਲਓ ਮੈਂ ਫੋਰਸ ਲਿਖਣਾ ਚਾਹੁੰਦਾ, ਮੰਨ ਲਓ 10, ਤਾਂ ਮੈਂ ਲਿਖੂੰਗਾ ਫੋਰਸ ਕਿੰਨੀ ਹੈ? 10 ਨਾਲ ਕੀ ਲਿਖੂੰਗਾ? ਨਿਊਟਨ ਲਿਖੂੰਗਾ। ਜੇ ਫੋਰਸ 5 ਹੈ ਤਾਂ ਮੈਂ ਉਹਨੂੰ ਕੀ ਕਹੂੰਗਾ? 5 ਨਿਊਟਨ। ਠੀਕ ਹੈ, ਹੁਣ ਮੰਨ ਲਓ ਪਹਿਲੇ ਦੋਨੋਂ ਚੀਜ਼ਾਂ ਫੋਰਸ ਅਪਲਾਈਡ ਤੇ ਸਟੈਟਿਕ ਫ੍ਰਿਕਸ਼ਨ ਦੋਨੋਂ 0 ਸੀਗੀਆਂ। ਕਲੀਅਰ ਹੈ? ਇੱਥੋਂ ਤੱਕ ਕਲੀਅਰ ਹੈ ਨਾ ਵੀ ਦੋਨੋਂ ਚੀਜ਼ਾਂ ਕੀ ਸੀਗੀਆਂ ਸਾਡੀਆਂ? 0 ਸੀ। ਹੁਣ ਅਸੀਂ ਇਹਦੇ ਤੇ ਫੋਰਸ ਅਪਲਾਈ ਕਰਨਾ ਸ਼ੁਰੂ ਕਰਦੇ ਹਾਂ। ਠੀਕ ਹੈ, ਮੈਂ ਇੱਥੇ 2 ਕਾਲਮ ਬਣਾਉਣਾ ਪਿਆ। ਠੀਕ ਹੈ, ਮੈਂ ਇੱਥੇ ਲਾਈਨ ਖਿੱਚ ਕੇ ਬੇਟਾ 2 ਚੀਜ਼ਾਂ ਲੈਣਾ ਪਿਆ। ਆਹ ਚੀਜ਼ ਨੂੰ ਛੱਡ ਦਿਓ ਇੱਕ ਵਾਰੀ ਤੁਸੀਂ। ਇੱਥੇ ਮੈਂ ਲੈਣਾ ਪਿਆ ਐਫ, ਕੀ ਲਵਾਂਗੇ ਆਪਾਂ? ਏ ਮਤਲਬ ਫੋਰਸ ਅਪਲਾਈਡ। ਠੀਕ ਹੈ, ਇੱਧਰਲੇ ਪਾਸੇ ਮੈਂ ਕੀ ਲਵਾਂਗਾ? ਫੋਰਸ ਜਿਹੜੀ ਪੈਦਾ ਹੋਈ, ਕਿਹੜੇ ਵਾਲੀ ਪੈਦਾ ਹੋਊਗੀ? ਸਟੈਟਿਕ ਫ੍ਰਿਕਸ਼ਨ ਪੈਦਾ ਹੋਊਗੀ। ਇੱਥੇ ਕਿਹੜੀ ਪੈਦਾ ਹੋਣੀ ਹੈ? ਸਟੈਟਿਕ ਫ੍ਰਿਕਸ਼ਨ, ਜਿਹੜੀ ਆਪੋਜ਼ਿਟ ਡਾਇਰੈਕਸ਼ਨ 'ਚ ਲੱਗਣੀ ਆ, ਆਹ ਵਾਲੀ। ਕਲੀਅਰ ਹੈ? ਦੋ ਚੀਜ਼ਾਂ ਸਾਡੇ ਕੋਲ, ਇੱਕ ਹੈ ਐਫ ਏ ਜਿਹੜੀ ਫੋਰਸ ਅਪਲਾਈਡ, ਇੱਕ ਹੈ ਸਟੈਟਿਕ ਫ੍ਰਿਕਸ਼ਨ। ਪਹਿਲੇ ਜਦੋਂ ਬਿਲਕੁਲ ਸਟਾਰਟਿੰਗ ਤੇ ਅਸੀਂ ਲਿਆ, ਉਦੋਂ ਸਾਡੇ ਕੋਲ ਵੈਲਿਊ ਕਿੰਨੀ ਸੀਗੀ? ਸਟਾਰਟਿੰਗ ਤੇ ਅਸੀਂ ਜਦੋਂ ਲਿਆ, ਠੀਕ ਹੈ, ਉਦੋਂ ਵੈਲਿਊ ਸਾਡੇ ਕੋਲ 0 ਸੀ। ਠੀਕ ਹੈ, ਮੰਨ ਲਓ ਸਪੋਜ਼ ਕਰੋ ਇਹ ਵਾਲੀ ਵੈਲਿਊ ਮੇਰੇ ਕੋਲ ਸੀ 0, ਆਪਾਂ ਅਪਲਾਈ ਫੋਰਸ ਕੀਤੀ 0, ਤਾਂ ਫਿਰ ਜਿਹੜੀ ਸਟੈਟਿਕ ਫ੍ਰਿਕਸ਼ਨ ਸੀ ਉਹ ਵੀ ਕਿੰਨੀ ਸੀਗੀ? 0 ਸੀ। ਠੀਕ ਹੈ, ਬਾਅਦ ਵਿੱਚ ਮੈਂ ਥੋੜੀ ਜੀ ਫੋਰਸ ਲਾਣੀ ਸ਼ੁਰੂ ਕਰਤੀ ਇਹਦੇ ਤੇ ਬੋਲ ਤੇ, ਹੌਲੀ ਹੌਲੀ, ਬਹੁਤ ਹੌਲੀ ਹੌਲੀ। ਮੰਨ ਲਓ ਫੋਰਸ ਮੈਂ ਵਧਾ ਰਿਹਾ, ਫੋਰਸ ਦੀ ਵੈਲਿਊ ਨੂੰ ਮੈਂ ਕੀ ਕਰ ਰਿਹਾ? ਵਧਾ ਰਿਹਾ। ਠੀਕ ਹੈ, ਫੋਰਸ ਦੀ ਵੈਲਿਊ ਨੂੰ ਵਧਾ ਕੇ ਸਪੋਜ਼ ਕਰੋ ਮੈਂ ਵੈਲਿਊ ਕਰਤੀ ਕਿੰਨੀ ਕਰੀਏ ਆਪਾਂ? ਮੰਨ ਲਓ 2 ਨਿਊਟਨ। ਤੇ ਸਟੈਟਿਕ ਫ੍ਰਿਕਸ਼ਨ ਵੀ ਲੱਗ ਰਹੀ ਹੈ, ਉਹ ਵੀ ਕਿੰਨੀ ਲੱਗ ਰਹੀ ਹੈ? 2 ਨਿਊਟਨ ਲੱਗਣ ਲੱਗ ਗਈ। ਆਪੋਜ਼ਿਟ ਡਾਇਰੈਕਸ਼ਨ 'ਚ ਲੱਗਣੀ ਹੈ। ਇਹ ਫੋਰਸ ਅਸੀਂ ਲਾਣੇ ਪਏ ਆ, ਜਿਹੜੀ ਆਹ ਵਾਲੀ ਚੀਜ਼ ਹੈ ਇੱਥੇ, ਇਹ ਸਾਡੇ ਕੋਲ ਕੀ ਹੈ? ਦਿਸ ਇਜ਼ ਯੋਰ ਐਫ ਏ, ਦਿਸ ਇਜ਼ ਯੋਰ ਐਫ ਏ। ਇਹਨੂੰ ਆਪਾਂ ਲਿਖਾਂਗੇ ਦੁਬਾਰਾ ਲਿਖਦੇ ਹਾਂ ਇਸ ਜਗ੍ਹਾ ਤੇ, ਦਿਸ ਇਜ਼ ਯੋਰ ਐਫ ਏ, ਫੋਰਸ ਵਿਚ ਯੂ ਹੈਵ ਅਪਲਾਈਡ। ਠੀਕ ਹੈ, ਇਹਨੂੰ ਮੈਂ ਏ ਬਣਾ ਦਿਆਂ। ਓਕੇ, ਆਹ ਜਿਹੜੀ ਫੋਰਸ ਲੱਗ ਰਹੀ ਹੈ ਇਹ ਕਿਹੜੀ ਹੈ? ਸਟੈਟਿਕ ਫ੍ਰਿਕਸ਼ਨ, ਜਿਹਨੂੰ ਆਪਾਂ ਕਿਹਦੇ ਨਾਲ ਲਿਖਦੇ ਹਾਂ? ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ? ਐਫ ਐਸ ਨਾਲ। ਠੀਕ ਹੈ, ਕਲੀਅਰ ਹੈ? ਪਹਿਲੇ ਦੋਨੋਂ ਚੀਜ਼ਾਂ 0 ਸੀਗੀਆਂ, ਉਦੋਂ ਤਾਂ ਚਲੋ ਆ ਵੀ ਫੋਰਸ ਆਪਾਂ ਨਹੀਂ ਲਾਈ, ਤੇ ਇੱਥੇ ਵੀ ਕੋਈ ਫੋਰਸ ਸਟੈਟਿਕ ਫ੍ਰਿਕਸ਼ਨ ਵੀ ਨਹੀਂ ਲੱਗੀ, ਆ ਪਹਿਲਾ ਕੇਸ ਹੋ ਗਿਆ। ਬਾਅਦ ਵਿੱਚ ਆਪਾਂ 2 ਨਿਊਟਨ ਫੋਰਸ ਅਪਲਾਈਡ ਕਰਤੀ, ਸਟੈਟਿਕ ਫ੍ਰਿਕਸ਼ਨ ਵੀ 2 ਨਿਊਟਨ ਲੱਗਣ ਲੱਗ ਗਈ। ਤਾਂ ਕੀ ਸਾਡੀ ਬੋਲ ਮੂਵ ਕਰੂਗੀ? ਇੱਥੇ ਇਸ ਥਾਂ ਤੇ ਬੋਲ ਮੂਵ ਕਰੂਗੀ, ਇਸ ਪੋਜੀਸ਼ਨ ਤੇ ਬੋਲ ਮੂਵ ਕਰੂਗੀ? ਤਾਂ ਬੋਲ ਮੂਵ ਨਹੀਂ ਕਰੂਗੀ, ਨੋ। ਇਸ ਥਾਂ ਤੇ ਬੋਲ ਮੂਵ ਕਰੂਗੀ? ਨਹੀਂ ਕਰੂਗੀ, ਕਿਉਂਕਿ ਇਸ ਥਾਂ ਤੇ ਤਾਂ ਪਹਿਲੇ ਕੇਸ ਵਿੱਚ ਤਾਂ ਅਸੀਂ ਫੋਰਸ ਹੀ ਨਹੀਂ ਲਾਈ ਸੀ, ਸਟੈਟਿਕ ਫ੍ਰਿਕਸ਼ਨ ਵੀ 0 ਸੀ, ਅਪਲਾਈਡ ਫੋਰਸ ਵੀ 0 ਸੀ, ਇਸ ਲਈ ਬੋਲ ਨੇ ਮੂਵ ਨਹੀਂ ਕੀਤਾ। ਦੂਜੇ ਕੇਸ ਸਟੈਟਿਕ ਫ੍ਰਿਕਸ਼ਨ ਅਪਲਾਈਡ ਫੋਰਸ 2 ਨਿਊਟਨ, ਸਟੈਟਿਕ ਫ੍ਰਿਕਸ਼ਨ ਵੀ 2 ਨਿਊਟਨ ਲੱਗ ਗਈ, ਉਹਨੇ ਅਪੋਜ਼ ਕਰਤਾ, ਉਹਨੇ 2 ਨੂੰ ਕੈਂਸਲ ਕਰਤਾ, ਤਾਂ ਬੋਲ ਸਾਡੀ ਮੂਵ ਕਰੂਗੀ? ਨਹੀਂ। ਹੁਣ ਤੀਸਰਾ ਕੇਸ ਅਸੀਂ ਲੈਂਦੇ ਹਾਂ, ਸਟੈਟਿਕ ਅਪਲਾਈਡ ਫੋਰਸ ਮੰਨ ਲਓ ਆਪਾਂ ਵਧਾ ਕੇ ਕਰਤੀ 5 ਨਿਊਟਨ। ਠੀਕ ਹੈ, ਔਰ ਜਿਹੜੀ ਫ੍ਰਿਕਸ਼ਨਲ ਫੋਰਸ ਸੀਗੀ, ਜਿਹੜੀ ਸਟੈਟਿਕ ਫ੍ਰਿਕਸ਼ਨ ਸੀਗੀ, ਉਹ ਵੀ 5 ਨਿਊਟਨ ਹੋ ਗਈ। ਅਪਲਾਈਡ ਫੋਰਸ ਮੈਂ ਕਿੰਨੀ ਕਰਤੀ? 5। ਮੈਂ 5 ਨਿਊਟਨ ਫੋਰਸ ਲਾਉਣ ਲੱਗ ਗਿਆ ਇਸ ਜਗ੍ਹਾ ਤੇ ਬੋਲ ਦੇ ਉੱਤੇ। ਠੀਕ ਹੈ, ਹੁਣ ਤੀਸਰਾ ਕੇਸ ਆ ਗਿਆ ਸਾਡਾ ਆ ਵਾਲਾ, 5 ਨਿਊਟਨ ਫੋਰਸ ਲਾਈ ਤੇ ਸਟੈਟਿਕ ਫ੍ਰਿਕਸ਼ਨ ਵੀ 5 ਹੋ ਗਈ, ਕਿਉਂਕਿ ਸਟੈਟਿਕ ਫ੍ਰਿਕਸ਼ਨ ਜਿਹੜੀ ਫ੍ਰਿਕਸ਼ਨ ਹੈ ਨਾ, ਉਹ ਸਾਡੇ ਅਪਲਾਈਡ ਫੋਰਸ ਦੇ ਉੱਤੇ ਡਿਪੈਂਡ ਕਰਦੀ ਹੈ। ਵੀ ਜੇ ਅਸੀਂ ਥੋੜੀ ਜਿਹੀ ਲਾਵਾਂਗੇ ਉਹ ਵੀ ਥੋੜੀ ਜਿਹੀ ਲੱਗਦੀ ਹੈ, ਅਸੀਂ ਥੋੜੀ ਜਿਹੀ ਵਧਾਵਾਂਗੇ ਉਹ ਵੀ ਥੋੜੀ ਜਿਹੀ ਵੱਧ ਜਾਂਦੀ ਹੈ।
ਪਰ ਉਹ ਹਮੇਸ਼ਾ ਵਧੀ ਨਹੀਂ ਜਾਊਗੀ, ਉਹਦੀ ਇੱਕ ਲਿਮਿਟ ਹੋਊਗੀ, ਉਹਦੀ ਇੱਕ ਲਿਮਿਟ ਹੋਊਗੀ। ਜਦੋਂ ਮੈਂ 3 ਨਿਊਟਨ ਫੋਰਸ ਲਾਈ ਅਪਲਾਈਡ ਫੋਰਸ ਤਾਂ ਸਟੈਟਿਕ ਫ੍ਰਿਕਸ਼ਨ ਵੀ 3 ਨਿਊਟਨ ਲੱਗਣ ਲੱਗੀ, 4 ਲਾਈ ਤਾਂ 4 ਲੱਗਣ ਲੱਗੀ, 5 ਲਾਈ ਤਾਂ 5 ਲੱਗਣ ਲੱਗੀ। ਜਦੋਂ 5 ਵਾਲਾ ਕੇਸ ਆ ਗਿਆ ਕਿ 5 ਨਿਊਟਨ ਆਪਾਂ ਫੋਰਸ ਅਪਲਾਈ ਕੀਤੀ ਐਂਡ 5 ਨਿਊਟਨ ਹੀ ਕੀ ਹੋ ਗਿਆ ਸਟੈਟਿਕ ਫ੍ਰਿਕਸ਼ਨ, ਤਾਂ ਕੀ ਬੋਡੀ ਸਾਡੀ ਮੂਵ ਕਰੂਗੀ? ਅਗੇਨ ਆਵਰ ਆਂਸਰ ਇਜ਼ नो, ਬੋਡੀ ਵਿਲ ਨਾਟ ਮੂਵ, ਕਿਉਂਕਿ ਦੋਨੋਂ ਫੋਰਸਿਸ ਇਕੁਅਲ ਤੇ ਆਪੋਜ਼ਿਟ ਲੱਗ ਰਹੀ हैं, therefore body will not move. Now we will consider one more example. ਇੱਕ ਹੋਰ ਆਪਾਂ ਲੈਂਦੇ ਆ ਕੇਸ ਕਿ ਹੁਣ ਆਪਾਂ ਜਿਹੜੀ ਆ ਫੋਰਸ ਆਪਾਂ ਅਪਲਾਈ ਕਰ ਰਹੇ ਸੀ ਉਹ ਅਪਲਾਈ ਕਰਨ ਲੱਗ ਗਿਆ ਮੈਂ 7 ਨਿਊਟਨ, ਠੀਕ ਹੈ। ਹੁਣ ਆਪਾਂ ਫੋਰਸ 7 ਨਿਊਟਨ ਲਗਾਉਣ ਲੱਗ ਗਏ, ਪਰ ਜਿਹੜੀ ਸਟੈਟਿਕ ਫ੍ਰਿਕਸ਼ਨ ਲੱਗ ਰਹੀ ਸੀ ਉਹਦੀ ਇੱਕ ਲਿਮਿਟ ਹੁੰਦੀ ਹੈ, ਉਹ ਡਿਪੈਂਡ ਕਰਦਾ ਹੈ ਵੀ ਸਾਡੀ ਜਿਹੜੀਆਂ ਬੋਡੀਜ਼ ਹੈ ਉਹਨਾਂ ਦਾ ਸਰਫੇਸ ਕਿੱਦਾਂ ਦਾ ਹੈ, ਹੋਰ ਫੈਕਟਰਸ ਹੈ ਉਹਦੇ ਤੇ ਡਿਪੈਂਡ ਕਰਦਾ ਹੈ, ਪਰੰਤੂ ਉਹਦੀ ਇੱਕ ਲਿਮਿਟ ਹੋਊਗੀ। ਇਹ ਨਹੀਂ ਜਿੰਨੀ ਫੋਰਸ ਅਸੀਂ ਲਾਈ ਜਾਵਾਂਗੇ ਉਨੀ ਉਹ ਵੀ ਵਧੀ ਜਾਊਗੀ, ਐਦਾਂ ਨਹੀਂ ਹੋ ਸਕਦਾ। ਉਹਦੀ ਲਿਮਿਟ ਮੰਨ ਲਓ 5 ਸੀਗੀ, ਇਹ ਉਹਦੀ ਲਿਮਿਟ ਸੀਗੀ, ਇਹਦਾ ਮੰਨ ਲਓ ਮੈਕਸਿਮਮ 5 ਹੀ ਲੱਗ ਸਕਦੀ ਹੈ। ਜਦੋਂ ਅਸੀਂ ਹੁਣ 7 ਨਿਊਟਨ ਫੋਰਸ ਅਪਲਾਈ ਕਰਤੀ ਤਾਂ ਸਟੈਟਿਕ ਫ੍ਰਿਕਸ਼ਨ ਉਦੋਂ ਵੀ ਕਿੰਨੀ ਲੱਗੂਗੀ? ਉਦੋਂ ਵੀ 5 ਹੀ ਲੱਗੂਗੀ, ਠੀਕ ਹੈ। ਹੁਣ ਦੇਖੋ ਇੱਥੇ ਆ ਜਾਓ, ਬੋਲ ਦੇ ਉੱਪਰ ਤੁਹਾਡਾ ਲੈਫਟ ਟੂ ਰਾਈਟ ਤੁਸੀਂ ਕਿੰਨੀ ਫੋਰਸ ਲਾ ਰਹੇ ਹੋ ਇਸ ਕੇਸ ਵਿੱਚ, ਜਿਹੜਾ ਵਾਲਾ ਕੇਸ ਹੈ ਤੀਸਰਾ ਕੇਸ, ਆਪਾਂ ਚੌਥਾ ਕੇਸ ਜਿਹੜਾ ਡਿਸਕਸ ਕਰਦੇ ਪਏ ਆ, ਬੋਲ ਦੇ ਉੱਤੇ ਜਿਹੜੀ ਲੈਫਟ ਟੂ ਰਾਈਟ ਫੋਰਸ ਅਸੀਂ ਕਿੰਨੀ ਲਗਾ ਰਹੇ ਹਾਂ? 7। ਸਟੈਟਿਕ ਫ੍ਰਿਕਸ਼ਨ ਜਿਹੜੀ ਰਾਈਟ ਟੂ ਲੈਫਟ ਲੱਗਣੀ ਹੈ ਬੋਲ ਦੇ ਉੱਤੇ ਉਹ ਕਿੰਨੀ ਲੱਗੂਗੀ? 5। ਤਾਂ ਇਹ ਇੱਥੇ ਹੁਣ ਫਰਕ ਆ ਗਿਆ, ਆਹ ਫੋਰਸ 7 ਨਿਊਟਨ ਹੈ 5 ਨਿਊਟਨ ਹੈ, ਤਾਂ ਨੈਟ ਫੋਰਸ 2 ਨਿਊਟਨ ਦੀ ਲੱਗੂਗੀ ਰਾਈਟ ਸਾਈਡ ਵੱਲ, ਦੇਅਰਫੋਰ ਬੋਡੀ ਵਿਲ ਮੂਵ, ਦੇਅਰਫੋਰ ਆਨਸਰ ਆਪਾਂ ਕੀ ਕਵਾਂਗੇ? ਆਵਰ ਬੋਡੀ ਵਿਲ ਮੂਵ। ਇੱਥੇ ਆਪਾਂ ਕਵਾਂਗੇ ਯੈਸ ਆਵਰ ਬੋਡੀ ਵਿਲ ਮੂਵ। ਜੇ ਆਪਾਂ 10 ਨਿਊਟਨ ਫੋਰਸ ਲਾ ਦੇਾਂਗੇ, ਅਪਲਾਈਡ ਫੋਰਸ 10 ਨਿਊਟਨ ਹੈ, ਠੀਕ ਹੈ, ਤਾਂ ਇਹ ਕਿੰਨੀ ਲੱਗਣੀ ਹੈ? ਇਹਦੀ ਲਿਮਿਟ ਹੀ 5 ਸੀਗੀ, ਮੈਕਸਿਮਮ 5 ਲੱਗ ਸਕਦੀ ਸੀ, ਇਹ ਹਜੇ ਵੀ 5 ਹੀ ਲੱਗੂਗੀ। ਅਗੇਨ ਤੁਹਾਡੀ ਬੋਡੀ ਕੀ ਕਰੂਗੀ? ਮੂਵ ਕਰੂਗੀ, ਤਾਂ ਆਵਰ ਆਨਸਰ ਵਿਲ ਬੀ ਯੈਸ ਬੋਡੀ ਵਿਲ ਮੂਵ। ਜਿਹੜੀ ਸਾਡੀ ਬੋਲ ਹੈ ਉਹ ਮੂਵ ਕਰੂਗੀ, ਠੀਕ ਹੈ, ਇਸ ਕੇਸ 'ਚ ਵੀ। ਤਾਂ ਸਾਰੇ ਬਾਕੀ ਦੇ ਸਾਰੇ ਕੇਸਿਸ ਵਿੱਚ ਸਾਡੀ ਬੋਲ ਮੂਵ ਕਰੂਗੀ, ਠੀਕ ਹੈ। ਤਾਂ ਇਹਦਾ ਮਤਲਬ ਜਿਹੜੀ ਸਟੈਟਿਕ ਫ੍ਰਿਕਸ਼ਨ ਹੈ ਉਹਦੀ ਇੱਕ ਲਿਮਿਟ ਹੋਏਗੀ, ਜਿਵੇਂ ਇਸ ਕੇਸ ਵਿੱਚ ਅਸੀਂ ਲਿਮਿਟ ਕਿੰਨੀ ਹੁੰਦੀ ਅਸਿਊਮ ਕੀਤੀ ਸੀ? 5, ਠੀਕ ਹੈ। 5 ਤੋਂ ਬਾਅਦ ਜੇਕਰ ਉਹਦੇ ਤੇ ਉਸ ਤੋਂ ਬਾਅਦ ਐਕਸਟਰਾ ਲੱਗੂਗਾ ਫੋਰਸ ਆਪਾਂ ਹੋਰ ਲਾਵਾਂਗੇ, ਫਿਰ ਉਹ ਬੋਡੀ ਸਾਡੀ ਸਲਾਈਡ ਕਰਨਾ ਸ਼ੁਰੂ ਕਰ ਦੂਗੀ, ਠੀਕ ਹੈ। ਕਲੀਅਰ ਹੈ? ਓਕੇ ਹੋ ਗਿਆ। ਤਾਂ ਆ ਜਿਹੜਾ ਅਸੀਂ 5 ਵਾਲਾ ਕਨਸੈਪਟ ਸੀਗਾ, ਇੱਥੇ ਇਹ ਉਹਦੀ ਮੈਕਸਿਮਮ ਵੈਲਿਊ ਸੀ ਜਿਹੜੀ ਸਟੈਟਿਕ ਫ੍ਰਿਕਸ਼ਨ ਲਗਾ ਸਕਦੀ ਸੀ। ਸਟੈਟਿਕ ਫ੍ਰਿਕਸ਼ਨ ਜਿਹੜੀ ਮੈਕਸਿਮਮ ਵੈਲਿਊ ਕਿੰਨੀ ਸੀ? 5 ਨਿਊਟਨ। ਇੱਥੋਂ ਤੱਕ ਗੱਲ ਕਲੀਅਰ ਹੈ? ਓਕੇ। ਤਾਂ ਇੱਥੇ ਦੇਖੋ ਆ ਚੀਜ਼ ਲਿਖੀ ਹੈ, ਫੋਰਸ ਅਪਲਾਈਡ ਇਜ਼ ਗ੍ਰੇਟਰ ਦੈਨ ਸਟੈਟਿਕ ਫ੍ਰਿਕਸ਼ਨ। ਜਦੋਂ ਆਪਾਂ ਆ ਗੱਲ ਕਰ ਰਹੇ ਸੀ ਇਹਨਾਂ ਥਾਵਾਂ ਤੇ, ਚਾਹੇ ਆਹ ਵਾਲਾ ਕੇਸ ਹੈ ਸਾਡਾ, ਚਾਹੇ ਆਹ ਵਾਲਾ ਕੇਸ ਹੈ, ਉਹ ਸਾਡਾ ਕੀ ਹੈ? ਇਹ ਦੋਨੋਂ ਕੇਸ ਕੀ ਹੈ ਕਿ ਫੋਰਸ ਅਪਲਾਈਡ ਫੋਰਸ ਕਿੰਨੀ ਹੈ ਦੋਨਾਂ ਕੇਸ ਵਿੱਚ? ਇੱਕ ਵਾਰੀ 7 ਹੈ, ਇੱਕ ਵਾਰੀ 10 ਹੈ, ਦੈਟ ਇਜ਼ ਗ੍ਰੇਟਰ ਦੈਨ। ਆਹ ਸਿੰਬਲ ਅਸੀਂ ਯੂਜ਼ ਕਰਦੇ ਹਾਂ ਗ੍ਰੇਟਰ ਦੈਨ, ਕਿੰਦੇ ਤੋਂ? ਫੋਰਸ ਕਿਹੜੀ ਵਾਲੀ? ਸਟੈਟਿਕ ਫ੍ਰਿਕਸ਼ਨ। ਦੋਨੋਂ ਆਪਾਂ ਕਿੰਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ? Fs ਨਾਲ, ਕਿ ਫੋਰਸ ਅਪਲਾਈਡ ਇਜ਼ ਗ੍ਰੇਟਰ ਦੈਨ ਸਟੈਟਿਕ ਫ੍ਰਿਕਸ਼ਨ। ਸਟੈਟਿਕ ਫ੍ਰਿਕਸ਼ਨ ਇਹਨਾਂ ਦੋਨੋਂ ਕੇਸਿਸ 'ਚ ਕਿੰਨੀ ਸੀ? 5। ਆਹ ਵਾਲੀ ਵੈਲਿਊ 7 ਹੈ, 5 ਹੈ, 7 ਇਜ਼ ਗ੍ਰੇਟਰ ਦੈਨ 5, 10 ਹੈ, 5 ਹੈ, 10 ਇਜ਼ ਗ੍ਰੇਟਰ ਦੈਨ 5। ਤਾਂ ਇਹਦਾ ਮਤਲਬ ਵੀ ਜਦੋਂ ਇਹ ਚੀਜ਼ ਹੋਊਗੀ, ਜਦੋਂ ਇਹ ਚੀਜ਼ ਐਦਾਂ ਹੋਊਗੀ ਕਿ ਜਿਹੜੀ ਤੁਸੀਂ ਫੋਰਸ ਅਪਲਾਈ ਕਰਦੇ ਪਏ ਹੋ ਜ਼ਿਆਦਾ ਹੈ, ਕਿੰਦੇ ਤੋਂ? ਸਟੈਟਿਕ ਫ੍ਰਿਕਸ਼ਨ ਤੋਂ, ਫਿਰ ਤੁਹਾਡੀ ਬੋਲ ਜਿਹੜੀ ਹੈ ਦੈਟ ਵਿਲ ਸਟਾਰਟ ਮੂਵਿੰਗ, ਦੈਨ ਆਵਰ ਬੋਲ ਵਿਲ ਸਟਾਰਟ ਮੂਵਿੰਗ। ਆਹ ਚੀਜ਼ ਲਿਖੀ ਹੈ ਨਾ, ਤਾਂ ਬੋਲ ਵਿਲ ਸਟਾਰਟ ਮੂਵਿੰਗ, ਫਿਰ ਸਾਡੀ ਬੋਲ ਜਿਹੜੀ ਹੈ ਉਹ ਮੂਵ ਕਰੂਗੀ ਲਾਈਕ ਦਿਸ, ਇਟ ਵਿਲ ਗੋ। ਓਕੇ, ਕਲੀਅਰ ਹੈ? ਇੱਥੋਂ ਤੱਕ ਓਕੇ ਹੈ? ਹੁਣ ਸਟੈਟਿਕ ਫ੍ਰਿਕਸ਼ਨ ਜਿਹੜੀ ਹੈ Fs that acts when a body is at rest, hence called static friction। ਇਹ ਸਟੈਟਿਕ ਫ੍ਰਿਕਸ਼ਨ ਉਦੋਂ ਐਕਟ ਕਰਦੀ ਪਈ ਸੀ ਜਦੋਂ ਸਾਡੀ ਬੋਡੀ ਰੈਸਟ ਵਿੱਚ ਸੀ, ਠੀਕ ਹੈ। ਐਸੇ ਲਈ ਇਹਨੂੰ ਅਸੀਂ ਨਾਮ ਕੀ ਦਿੱਤਾ ਸੀ? ਸਟੈਟਿਕ ਫ੍ਰਿਕਸ਼ਨ। ਕਲੀਅਰ ਹੈ? ਦੇਖੋ ਆਪਣੀ ਬੋਡੀ ਇੱਥੇ ਸਟੇਸ਼ਨਰੀ ਸੀ, ਇੱਥੇ ਵੀ ਸਟੇਸ਼ਨਰੀ ਸੀ, ਇੱਥੇ ਵੀ ਸਟੇਸ਼ਨਰੀ ਸੀ, ਤਾਂ ਇੱਥੋਂ ਤੱਕ ਜਿਹੜੀ ਸਾਡੀ ਸਟੈਟਿਕ ਫ੍ਰਿਕਸ਼ਨ ਐਕਟ ਕਰਦੀ ਪਈ ਸੀ। ਉਸ ਤੋਂ ਬਾਅਦ ਜਦੋਂ ਅਸੀਂ 7 ਨਿਊਟਨ ਦੀ ਫੋਰਸ ਲਾਤੀ, ਇਹਦੀ ਵੈਲਿਊ 5 ਹੀ ਰਹਿ ਗਈ ਕਿਉਂਕਿ ਇਹ 5 ਤੱਕ ਹੀ ਲੱਗਦੀ ਪਈ ਸੀ, ਠੀਕ ਹੈ। ਜਦੋਂ ਅਸੀਂ 10 ਲਾਤੀ ਉਦੋਂ ਵੀ 5, ਉਦੋਂ ਸਾਡੀ ਬੋਡੀ ਮੂਵ ਕਰਨ ਲੱਗ ਗਈ।
ਇੱਥੋਂ ਤੀਕਰ ਜਿਹੜੀ 0 to 5 ਜੋ ਤੀਕਰ ਆ 5 ਤੱਕ ਵੈਲਿਊ ਪਹੁੰਚੀ ਉਦੋਂ ਤੀਕਰ ਜਿਹੜੀ ਫੋਰਸ ਲੱਗ ਰਹੀ ਸੀ ਜਿਹੜੀ ਫ੍ਰਿਕਸ਼ਨ ਲੱਗ ਰਹੀ ਸੀ ਉਹਨੂੰ ਆਪਾਂ ਕੀ ਨਾਮ ਦੇਤਾ ਸਟੈਟਿਕ ਫ੍ਰਿਕਸ਼ਨ ਕਿਉਂਕਿ ਉਦੋਂ ਤੀਕਰ ਬੋਡੀ ਸਾਡੀ ਸਟੇਸ਼ਨਰੀ ਰਹੀ ਉਦੋਂ ਤੀਕਰ ਜਿਹੜੀ ਫ੍ਰਿਕਸ਼ਨਲ ਫੋਰਸ ਲੱਗੀ ਉਹਨੂੰ ਅਸੀਂ ਕੀ ਨਾਮ ਦੇਵਾਂਗੇ ਸਟੈਟਿਕ ਫ੍ਰਿਕਸ਼ਨ ਜਦੋਂ ਸਾਡੀ ਬੋਡੀ ਚੱਲਣ ਲੱਗ ਗਈ ਉਦੋਂ ਫਿਰ ਅਸੀਂ ਉਹਨੂੰ ਫ੍ਰਿਕਸ਼ਨ ਤਾਂ ਕਵਾਂਗੇ ਪਰ ਉਹਨੂੰ ਸਟੈਟਿਕ ਫ੍ਰਿਕਸ਼ਨ ਨਹੀਂ ਕਵਾਂਗੇ ਸਟੈਟਿਕ ਫ੍ਰਿਕਸ਼ਨ ਦਾ ਮਤਲਬ ਕਿ ਜਦੋਂ ਤੁਹਾਡੀ ਬੋਡੀ ਮੂਵ ਨਹੀਂ ਕਰ ਰਹੀ ਜਦ ਤੱਕ ਬੋਡੀ ਸਾਡੀ ਸਟੇਸ਼ਨਰੀ ਹੈ ਓਕੇ ਤਾਂ ਉਸ ਤੋਂ ਬਾਅਦ ਲਿਮਿਟਿੰਗ ਵੈਲਿਊ ਆਫ static friction depends on normal reaction and is independent of area of contact ਠੀਕ ਹੈ ਜਿਹੜੀ ਇਹਦੀ ਵੈਲਿਊ ਹੈ static friction ਦੀ ਉਹ ਕਹਿੰਦੇ ਤੇ ਡਿਪੈਂਡ ਕਰੂਗੀ normal reaction ਦੇ ਉੱਤੇ ਡਿਪੈਂਡ ਕਰੂਗੀ ਔਰ ਉਹ ਇੰਡੀਪੈਂਡੈਂਟ ਹੈ area of contact ਦੇ ਉੱਤੇ ਡਿਪੈਂਡ ਨਹੀਂ ਕਰਦੀ ਏਰੀਆ ਵੱਧ ਹੈ ਜਾਂ ਘੱਟ ਹੈ ਉਹਦੇ ਨਾਲ ਇਹਦੇ ਤੇ ਕੋਈ ਇਫੈਕਟ ਨਹੀਂ ਹੋਣਾ ਆਪਾਂ ਜਦੋਂ fs maximum ਲਿਖਦੇ ਹਾਂ maximum value of static friction that is proportional to n n is here normal reaction fs maximum ਆਪਾਂ ਨਾਲ ਤਾਂ ਪਾਣੇ ਪਏ ਆ ਵੀ it is the maximum value ਜਿਵੇਂ ਆਪਾਂ ਦੇਖੋ ਇੱਥੇ ਵੈਲਿਊ ਲਈ ਸੀ static friction ਸਾਡੀ ਕਿੰਨੀ ਲੱਗ ਰਹੀ ਸੀ 0 2 ਵੀ ਲੱਗ ਰਹੀ ਸੀ 3 ਵੀ ਲੱਗ ਰਹੀ ਹੋਗੀ 4 ਵੀ ਲੱਗ ਰਹੀ ਹੋਗੀ 5 ਵੀ ਲੱਗ ਰਹੀ ਹੋਗੀ 5 ਤੋਂ ਬਾਅਦ 5 ਹੀ ਰਹਿ ਰਹੀ ਹੈ ਤਾਂ 5 is its maximum value ਤਾਂ ਅਸੀਂ ਇਹਦੀ ਗੱਲ ਕਰਦੇ ਹਾਂ ਇੱਥੇ ਜਿਹੜਾ fs maximum ਅਸੀਂ ਕਹਿੰਦੇ ਪਏ ਨਾ ਆ ਚੀਜ਼ ਉਹ ਅਸੀਂ ਉਸ 5 ਦੀ ਗੱਲ ਕਰਦੇ ਪਏ ਹਾਂ ਵੀ ਉਹ ਜਿਹੜਾ 5 ਵੈਲਿਊ ਹੈ ਉਹ ਪ੍ਰੋਪੋਰਸ਼ਨਲ ਹੈ n ਦੇ ਜਿੱਥੇ n ਕੀ ਚੀਜ਼ ਹੈ n ਨਾਰਮਲ ਰਿਐਕਸ਼ਨ ਹੁੰਦਾ ਔਰ ਉਹ ਏਰੀਆ ਦੇ ਉੱਤੇ ਡਿਪੈਂਡ ਨਹੀਂ ਕਰਦਾ ਏਰੀਆ ਦੇ ਉੱਤੇ ਮਤਲਬ ਵੀ ਜਿਹੜਾ ਜਦੋਂ ਦੋ ਬੋਡੀਜ਼ ਕੰਟੈਕਟ ਵਿੱਚ ਸੀ ਏਰੀਆ ਆ ਵਾਲਾ ਹੈ ਇਸ ਜਗ੍ਹਾ ਤੇ ਜਿਹੜਾ ਏਰੀਆ ਆਫ ਕੰਟੈਕਟ ਹੈ ਜੇ ਬੋਡੀ ਜ਼ਿਆਦਾ ਲੰਬੀ ਲੈ ਲੈਂਦੇ ਫਿਰ ਏਰੀਆ ਆਫ ਕੰਟੈਕਟ ਜ਼ਿਆਦਾ ਹੋਣਾ ਸੀ ਜੇ ਛੋਟੀ ਲੈ ਲੈਂਦੇ ਫਿਰ ਏਰੀਆ ਆਫ ਕੰਟੈਕਟ ਘੱਟ ਹੋਣਾ ਸੀ ਪਰ ਉਹ ਏਰੀਆ ਆਫ ਕੰਟੈਕਟ ਦੇ ਉੱਤੇ ਜਿਹੜੀ ਸਟੈਟਿਕ ਫ੍ਰਿਕਸ਼ਨ ਹੈ ਉਹ ਡਿਪੈਂਡ ਨਹੀਂ ਕਰਦੀ ਏਰੀਆ ਆਫ ਕੰਟੈਕਟ ਚਾਹੇ ਘੱਟ ਹੈ ਚਾਹੇ ਵੱਧ ਹੈ ਸਟੈਟਿਕ ਫ੍ਰਿਕਸ਼ਨ ਉਨੀ ਲੱਗੂਗੀ ਕਿੰਦੇ ਤੇ ਡਿਪੈਂਡ ਕਰਦੀ ਹੈ ਨਾਰਮਲ ਰਿਐਕਸ਼ਨ ਦੇ ਉੱਤੇ ਡਿਪੈਂਡ ਕਰਦੀ ਹੈ ਠੀਕ ਹੈ ਇਹਨੂੰ ਜਦੋਂ ਆਪਾਂ ਤੁਹਾਨੂੰ ਦੱਸਿਆ ਸੀ ਪ੍ਰੋਪੋਰਸ਼ਨੈਲਿਟੀ ਸਾਈਨ ਹੈ ਬੇਟਾ ਵਾਲਾ ਇਹਨੂੰ ਆਪਾਂ ਬੋਲਾਂਗੇ ਪ੍ਰੋਪੋਰਸ਼ਨਲ ਆ ਜਿਹੜਾ ਸਾਈਨ ਹੈ ਨਾ ਅਲਫਾ ਤੁਸੀਂ ਯੂਜ਼ ਕੀਤਾ ਹੋਣਾ ਕਿਤੇ ਨਾ ਕਿਤੇ ਆ ਚੀਜ਼ ਐਦਾਂ ਜੀ ਇਹਨੂੰ ਆਪਾਂ ਬੋਲਦੇ ਪ੍ਰੋਪੋਰਸ਼ਨਲ ਵੀ ਆਪਾਂ ਇੱਥੇ ਬੋਲਾਂਗੇ ਸਟੈਟਿਕ ਫ੍ਰਿਕਸ਼ਨ ਮੈਕਸਿਮਮ ਵੈਲਿਊ ਇਜ਼ ਪ੍ਰੋਪੋਰਸ਼ਨਲ ਟੂ n n ਮਤਲਬ ਨਾਰਮਲ ਰਿਐਕਸ਼ਨ ਤਾਂ ਉਹਨੂੰ ਆਪਾਂ ਲਿਮਿਟਿੰਗ ਵੈਲਿਊ ਆਫ fs ਬੋਲਦੇ ਪਏ ਆ ਜਿਹੜੀ ਮੈਕਸਿਮਮ ਵੈਲਿਊ ਹੈ ਇਹਨੂੰ ਜਦੋਂ ਤੁਸੀਂ ਇਕੁਅਲ ਸਾਈਨ ਕਰਨਾ ਹੈ ਤਾਂ ਤੁਹਾਨੂੰ ਇੱਕ ਕਨਸਟੈਂਟ ਨਾਲ ਮਲਟੀਪਲਾਈ ਕਰਨਾ ਪਊਗਾ देयरफॉर fs ਮੈਕਸਿਮਮ ਦੀ ਵੈਲਿਊ ਕਿੰਦੇ ਇਕੁਅਲ ਆ ਗਈ ਇਕੁਅਲ ਲਾਤਾ ਤਾਂ ਕਨਸਟੈਂਟ ਇੱਕ ਲਾਣਾ ਪਊਗਾ ਕਨਸਟੈਂਟ ਇਨਟੂ n ਆ ਵਾਲਾ ਜਿਹੜੀ ਵੈਲਿਊ ਜਿੰਨੀ ਵੀ ਇੱਧਰ ਵੈਲਿਊ ਹੋਗੀ ਰਾਈਟ ਸਾਈਡ ਤੇ ਉਹਨੂੰ ਇੱਕ ਕਨਸਟੈਂਟ ਨਾਲ ਮਲਟੀਪਲਾਈ ਕਰਨਾ ਪਊਗਾ ਇਹ ਜਨਰਲ ਗੱਲ ਹੈ ਤਾਂ fs ਮੈਕਸਿਮਮ ਕਿੰਦੇ ਇਕੁਅਲ ਆ ਗਿਆ ਇੱਥੇ ਕਨਸਟੈਂਟ ਆਪਾਂ ਲਾਤਾ μs this is mu s and s ਹੋਈ ਹੈ ਸਟੈਟਿਕ and वो बोल रहे हैं coefficient of static friction this is your coefficient of static friction ठीक है एक ही चीज है this value ਜਿਹੜਾ ਤੁਹਾਡਾ ਲਿਖਿਆ ਆਪਾਂ mu s s मतलब ਇਹ ਸਿੰਬੋਲਿਕ ਹੈ ਵੀ static friction ਵਾਸਤੇ ਤਾਂ s ਪਾਤਾ ਨਾਲ ਠੀਕ ਹੈ it is just a constant ਠੀਕ ਹੈ ਤਾਂ ਇਹਨੂੰ ਆਪਾਂ ਬੋਲਾਂਗੇ ਇਹ ਕਿਹੜਾ constant ਹੈ ਇਹਨੂੰ ਆਪਾਂ ਕੀ ਕਵਾਂਗੇ we will call it coefficient of static friction ठीक है the coefficient depends on nature of the surface in contact coefficient ਜਿਹੜਾ static friction ਦਾ ਜਿਹੜੀ ਵੈਲਿਊ ਇਹਦੀ ਹੋਊਗੀ ਇਹਦੀ ਵੈਲਿਊ ਆਪਾਂ 5 ਲਾਈਏ 6 ਲਾਈਏ 7 ਲਾਈਏ ਹਨਾ ਕਿੰਨੀ ਵੈਲਿਊ ਲਾਈਏ ਉਹ ਕਿੰਦੇ ਤੇ ਡਿਪੈਂਡ ਕਰੂਗਾ its value will depend on nature of surface ਵੀ ਸਰਫੇਸ ਕਿੱਦਾਂ ਦਾ ਹੈ ਦੇਖੋ ਸਰਫੇਸ ਅੱਡ ਟਾਈਪ ਦੇ ਹੋ ਸਕਦੇ ਨਾ ਕਈ ਵਾਰੀ ਬੜਾ ਪਲੇਨ ਜਿਹਾ ਸਰਫੇਸ ਹੁੰਦਾ ਕਈ ਵਾਰੀ ਕੋਈ ਵੁੱਡ ਸਰਫੇਸ ਹੁੰਦਾ ਤੇ ਸਨਮਾਈਕਾ ਲੱਗਿਆ ਹੁੰਦਾ ਜਿਵੇਂ ਬੈੱਡ ਦੇ ਉੱਤੇ ਕਈ ਟੇਬਲ ਦੇ ਉੱਤੇ ਹਨਾ ਸਨਮਾਈਕਾ ਲੱਗਿਆ ਹੁੰਦਾ ਬੜਾ ਪਲੇਨ ਜਿਹਾ ਹੁੰਦਾ ਸੌਫਟ ਜਿਹਾ ਬਿਲਕੁਲ ਪਲੇਨ ਜਿਹਾ ਹੈਨਾ ਫਲੋਰਸ ਹੈ ਆਪਣੇ ਕੋਲ ਟਾਈਲਸ ਲੱਗੀਆਂ ਹੁੰਦੀਆਂ ਮਾਰਬਲ ਲੱਗਿਆ ਹੁੰਦਾ ਤਾਂ ਜਿਹੜੀਆਂ ਟਾਈਲਸ ਹੈ ਉਹ ਬੜੀਆਂ ਪਲੇਨ ਜਿਹੀਆਂ ਹੁੰਦੀਆਂ ਹੈਨਾ ਮਾਰਬਲ ਉਸ ਤੋਂ ਥੋੜਾ ਘੱਟ ਪਲੇਨ ਹੋਏਗਾ ਇੱਟਾਂ ਵਾਲਾ ਫਰਸ਼ ਉਸ ਤੋਂ ਵੀ ਘੱਟ ਜਿਹੜਾ ਆਪਣਾ ਦੂਸਰਾ ਫਰਸ਼ ਹੈ ਕੋਈ ਹੈਨਾ ਉਹ ਬਜਰੀ ਜੀ ਪਾ ਕੇ ਆਪਾਂ ਲਗਾਉਂਦੇ ਆ ਉਹ ਉਸ ਤੋਂ ਵੀ ਜ਼ਿਆਦਾ ਰਫ ਹੋਊਗਾ ਤਾਂ ਉਹਨੂੰ ਬੋਲਦੇ ਨੇਚਰ ਆਫ ਸਰਫੇਸ ਕਿੱਦਾਂ ਦਾ ਕਿੰਨੀ ਰਫਨੈਸ ਹੈ ਉਹਦੇ 'ਚ ਠੀਕ ਹੈ ਤਾਂ ਕੋਐਫੀਸ਼ੀਐਂਟ ਦੀ ਵੈਲਿਊ ਇਸ ਗੱਲ ਤੇ ਡਿਪੈਂਡ ਕਰੂਗੀ ਵੀ ਸਰਫੇਸ ਦਾ ਨੇਚਰ ਕਿੱਦਾਂ ਦਾ ਠੀਕ ਹੈ According to law of static friction is always less than or equal to the limiting value of static friction ਇਹਨੂੰ ਆਪਾਂ ਕੀ ਬੋਲਾਂਗੇ we will call it limiting value of static friction limiting value ਦਾ ਮਤਲਬ ਬੇਟਾ
ਉਹ ਇੱਕ ਮੈਕਸਿਮਮ ਵੈਲਿਊ ਹੈ ਜਿੰਨੀ ਵੈਲਿਊ ਹੋ ਸਕਦੀ। ਜਿਵੇਂ ਆਪਾਂ ਦੇਖੋ ਆ ਸਟੈਟਿਕ ਫ੍ਰਿਕਸ਼ਨ ਦੀ ਗੱਲ ਕਰ ਰਹੇ ਸੀ, 0 ਵੈਲਿਊ ਲੱਗੀ, 1 ਵੀ ਹੋ ਸਕਦੀ ਹੈ, 2 ਵੀ ਹੋ ਸਕਦੀ ਹੈ, 3 ਵੀ ਹੋ ਸਕਦੀ ਹੈ, 4 ਵੀ ਹੋ ਸਕਦੀ ਹੈ, 5 ਹੋ ਸਕਦੀ ਹੈ। 5 ਤੋਂ ਜ਼ਿਆਦਾ ਨਹੀਂ ਹੋ ਸਕਦੀ। 5 ਇਹਦੀ ਮੈਕਸਿਮਮ ਵੈਲਿਊ ਹੈ। ਐਸ ਮੈਕਸਿਮਮ ਵੈਲਿਊ ਨੂੰ ਜਿਹੜੀ 5 ਆਪਾਂ ਇਸ ਕੇਸ 'ਚ ਲਈ ਹੈ, ਐਸ 5 ਨੂੰ ਆਪਾਂ ਇੱਥੇ ਕੀ ਬੋਲਦੇ ਪਏ ਹਾਂ, ਵੀ ਆਰ ਕਾਲਿੰਗ ਹੇਅਰ ਲਿਮਿਟਿੰਗ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ। ਆਪਾਂ ਇੱਥੇ ਇਹਨੂੰ ਆਹ ਚੀਜ਼ ਕਹਿ ਰਹੇ ਹਾਂ, ਲਿਮਿਟਿੰਗ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ, ਆਹ ਵਾਲੀ। ਹੁਣ ਅਕੋਰਡਿੰਗ ਟੂ ਲਾਅ ਆਫ ਸਟੈਟਿਕ ਫ੍ਰਿਕਸ਼ਨ ਇਜ਼ ਆਲਵੇਜ਼ ਲੈਸ ਦੈਨ or equal to limiting value of fs। ਇਹ ਲਿਮਿਟਿੰਗ ਵੈਲਿਊ ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਆਪਾਂ ਇੱਥੇ ਆਪਣੇ ਕੇਸ ਵਿੱਚ ਆਪਾਂ ਇਹਦੀ ਵੈਲਿਊ ਕਿੰਨੀ ਕੰਸੀਡਰ ਕੀਤੀ ਹੈ, ਲਿਮਿਟਿੰਗ ਵੈਲਿਊ ਸਟੈਟਿਕ ਫ੍ਰਿਕਸ਼ਨ ਆਪਾਂ ਕਿੰਨੀ ਵੈਲਿਊ ਕੰਸੀਡਰ ਕੀਤੀ ਹੈ, ਕਿੰਨੀ ਲਈ ਸੀ ਆਪਾਂ ਪਿੱਛੇ, ਇਹਦੀ ਵੈਲਿਊ ਆਪਾਂ ਲਈ ਇਹਦੀ ਵੈਲਿਊ 5 ਨਿਊਟਨ। ਇਹਦਾ ਮਤਲਬ ਉਹਦੇ ਕਹਿਣ ਦਾ ਮਤਲਬ ਹੈ ਵੀ ਜਿਹੜੀ ਸਟੈਟਿਕ ਫ੍ਰਿਕਸ਼ਨ ਹੈ, ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਹੈ ਉਹ ਜਾਂ ਤਾਂ ਇਸ 5 ਤੋਂ ਘੱਟ ਹੋਊਗੀ ਜਾਂ ਵੱਧ ਤੋਂ ਵੱਧ ਇਹਦੇ ਬਰਾਬਰ ਹੋ ਸਕਦੀ ਹੈ, ਜਾਂ ਫਿਰ 5 ਦੇ ਬਰਾਬਰ ਹੋ ਸਕਦੀ ਹੈ, ਜਾਂ ਫਿਰ 5 ਤੋਂ ਘੱਟ ਹੋਊਗੀ। ਜਿਵੇਂ ਆਪਾਂ ਇੱਥੇ ਇਸ ਐਗਜ਼ਾਮਪਲ ਵਿੱਚ ਆਪਾਂ ਲਈਏ, ਆਹ ਸਟੈਟਿਕ ਫ੍ਰਿਕਸ਼ਨ ਹੈ, ਇਹਦੀ ਵੈਲਿਊ ਤੁਸੀਂ ਕਿੰਨੀ ਲਈ, 0। ਇੱਥੇ ਜੇ ਆਪਾਂ 1 ਲਾਉਂਦੇ 1 ਲੱਗਣੀ ਸੀ, 2 ਲਾਇਆ ਤਾਂ 2 ਲੱਗੀ ਹੈ, ਜੇ 3 ਅਪਲਾਈ ਕਰਦੇ ਤਾਂ 3 ਲੱਗਣੀ ਸੀ, ਜੇ 4 ਅਪਲਾਈ ਕਰਦੇ 4 ਤਾਂ 4 ਸਟੈਟਿਕ ਫ੍ਰਿਕਸ਼ਨ ਲੱਗਣੀ ਸੀ, 5 ਅਪਲਾਈ ਕੀਤਾ 5, ਇਹ ਮੈਕਸਿਮਮ ਵੈਲਿਊ ਸੀ, ਇਦੋਂ ਜ਼ਿਆਦਾ ਨਹੀਂ ਹੋ ਸਕਦੀ। ਜਦੋਂ ਆਪਾਂ 7 ਕੀਤਾ ਜਾਂ 6 ਨਿਊਟਨ ਲਾਵਾਂਗੇ ਤਾਂ ਇਹ 5 ਹੀ ਰਹੂਗੀ। ਤਾਂ ਇਹਦਾ ਮਤਲਬ ਜਿਹੜੀ ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਹੈ ਉਹ ਕਿੰਨੀ ਹੋ ਸਕਦੀ ਹੈ, ਜਾਂ ਤਾਂ ਆਹ ਵਾਲੀ ਲਿਮਿਟਿੰਗ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ, ਇਹਨੂੰ ਆਪਾਂ ਕੀ ਨਾਮ ਦੇਤਾ, ਇਹਨੂੰ ਆਪਾਂ ਇੱਕ ਨਾਮ ਦੇਤਾ ਲਿਮਿਟਿੰਗ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ। ਜਾਂ ਤਾਂ ਹੁਣ ਸਟੈਟਿਕ ਫ੍ਰਿਕਸ਼ਨ ਕੋਈ ਵੀ ਵੈਲਿਊ ਤੁਸੀਂ ਲਓਗੇ, ਜਾਂ ਤਾਂ ਉਹ ਲਿਮਿਟਿੰਗ ਵੈਲਿਊ ਸਟੈਟਿਕ ਫ੍ਰਿਕਸ਼ਨ ਤੋਂ ਘੱਟ ਹੋਊਗੀ, ਇੱਥੇ ਘੱਟ ਹੈ, ਇੱਥੇ ਘੱਟ ਹੈ, ਹੋਰ ਵੀ ਆਪਾਂ ਵਿਚਾਲੇ ਲਿਖ ਸਕਦੇ ਸੀ ਨਾ ਵੈਲਿਊਜ਼ 1 3 4, ਉਹ ਸਾਰੀਆਂ ਵੈਲਿਊਜ਼ ਘੱਟ ਹੋਣੀਆਂ ਸੀ। ਜਾਂ ਫਿਰ ਮੈਕਸਿਮਮ ਟੂ ਮੈਕਸਿਮਮ ਇਸ ਕੇਸ ਵਿੱਚ ਵੀ 5 ਹੋ ਸਕਦੀ ਹੈ, ਇਹਦੇ ਬਰਾਬਰ ਹੀ ਹੋ ਸਕਦੀ ਹੈ, ਬਸ ਇਹ ਤੋਂ ਜ਼ਿਆਦਾ ਨਹੀਂ ਹੋ ਸਕਦੀ। ਤਾਂ ਉਹੀ ਗੱਲ ਆਪਾਂ ਇੱਥੇ ਕਰ ਰਹੇ ਹਾਂ ਇਸ ਜਗ੍ਹਾ ਤੇ, ਵੀ ਆਰ ਡੂਇੰਗ ਦਾ ਸੇਮ ਥਿੰਗ ਕਿ ਜਿਹੜੀ FS ਹੈ, FS ਮਤਲਬ ਦਿਸ ਇਜ਼ ਯੂਅਰ ਸਟੈਟਿਕ ਫ੍ਰਿਕਸ਼ਨ। FS ਆਪਾਂ ਕਿਹਨੂੰ ਕਹਿੰਦੇ ਪਏ, ਸਟੈਟਿਕ ਫ੍ਰਿਕਸ਼ਨ, ਦੈਟ ਇਜ਼ ਇਕੁਅਲ ਟੂ ਔਰ ਲੈਸ ਦੈਨ। ਜਦੋਂ ਦੋਵੇਂ ਸਿੰਬਲ ਪਾ ਦਈਦੇ ਉਹਦਾ ਮਤਲਬ ਕਿ ਜਾਂ ਤਾਂ ਇਹ ਵੈਲਿਊ ਇਕੁਅਲ ਹੋ ਸਕਦੀ ਹੈ ਜਾਂ ਫਿਰ ਇਹਦੇ ਤੋਂ ਘੱਟ ਹੋਊਗੀ। ਕਿੰਦੇ ਤੋਂ, FS ਮੈਕਸਿਮਮ ਤੋਂ, ਜਿਹਨੂੰ ਆਪਾਂ ਲਿਮਿਟਿੰਗ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ ਕਵਾਂਗੇ, ਜਿਹੜੀ ਆਪਾਂ 5 ਨਿਊਟਨ ਲਈ ਸੀ, ਉਹ ਆ ਵੈਲਿਊ ਸੀਗੀ। ਠੀਕ ਹੈ, ਹੁਣ ਇਹਦਾ ਮਤਲਬ ਜਿਹੜੀ ਸਾਡੀ ਆਹ ਵਾਲੀ ਵੈਲਿਊ ਹੈ, ਇਹਨੂੰ ਅਸੀਂ ਕੀ ਕਵਾਂਗੇ, ਸਟੈਟਿਕ ਫ੍ਰਿਕਸ਼ਨ। ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਜਾਂ ਤਾਂ 5 ਹੋਊਗੀ ਜਾਂ ਫਿਰ 5 ਤੋਂ ਘੱਟ ਹੋਊਗੀ। ਓਕੇ, ਤਾਂ FS ਮੈਕਸਿਮਮ ਸਾਡਾ ਕਿੰਦੇ ਬਰਾਬਰ ਹੋਊ, ਆਪਾਂ ਉੱਪਰ ਕੀਤਾ ਹੀ ਆਹ ਵਾਲੀ ਵੈਲਿਊ ਤੁਸੀਂ ਲਿਖੀ ਹੋਈ ਹੈ ਨਾ, FS ਮੈਕਸਿਮਮ ਮਤਲਬ ਲਿਮਿਟਿੰਗ ਵੈਲਿਊ ਸਟੈਟਿਕ ਫ੍ਰਿਕਸ਼ਨ, ਉਹ ਕਿੰਦੇ ਇਕੁਅਲ ਹੈ, μs into n ਦੇ ਇਕੁਅਲ ਹੈ, ਵੇਅਰ μs ਇਜ਼ ਕੋਐਫੀਸ਼ੀਐਂਟ ਆਫ ਸਟੈਟਿਕ ਫ੍ਰਿਕਸ਼ਨ, n ਸਾਡਾ ਕੀ ਹੈ ਇੱਥੇ, n ਕੀ ਚੀਜ਼ ਸੀਗਾ, n ਇਜ਼ ਆਵਰ ਨੋਰਮਲ ਰਿਐਕਸ਼ਨ, n ਇਜ਼ ਨੋਰਮਲ ਰਿਐਕਸ਼ਨ। ਨੋਰਮਲ ਰਿਐਕਸ਼ਨ ਦਾ ਮਤਲਬ ਸਮਝਦੇ ਹੋ, ਨੋਰਮਲ ਰਿਐਕਸ਼ਨ ਦਾ ਮਤਲਬ ਬੇਟਾ ਇਹ ਹੁੰਦਾ ਹੈ ਵੀ ਮੰਨ ਲਓ ਇੱਕ ਟੇਬਲ ਹੈ, ਠੀਕ ਹੈ, ਟੇਬਲ ਦਾ ਟੋਪ ਹੈ, ਉਹਦੇ ਉੱਪਰ ਸਪੋਜ਼ ਕਰੋ ਉਹਦੇ ਉੱਪਰ ਇੱਕ ਛੋਟਾ ਜਿਹਾ ਬਾਕਸ ਪਿਆ, ਕੋਈ ਚੀਜ਼ ਪਈ ਹੈ। ਹੁਣ ਆਹ ਜਿਹੜੀ ਚੀਜ਼ ਹੈ ਇਹਦਾ weight ਥੱਲੇ ਨੂੰ ਐਕਟ ਕਰੂਗਾ, ਇਹਦਾ weight ਇਸ ਬੋਡੀ ਦਾ ਕਿੱਧਰ ਐਕਟ ਕਰੂਗਾ, ਨੀਚੇ ਨੂੰ। ਇਸ ਬੋਡੀ ਦਾ ਜਿਹੜਾ weight ਹੈ, ਇੱਥੇ ਮੈਂ ਬਣਾਉਣ ਦੀ ਕੋਸ਼ਿਸ਼ ਕਰਦਾ, weight ਹਰ ਇੱਕ ਬੋਡੀ ਦਾ ਹਮੇਸ਼ਾ ਥੱਲੇ ਨੂੰ ਐਕਟ ਕਰਨਾ ਹੈ। ਦਿਸ ਇਜ਼ weight ਆਫ ਬੋਡੀ, ਇਹਨੂੰ ਆਪਾਂ W ਨਾਲ ਲਿਖਾਂਗੇ। weight ਹਮੇਸ਼ਾ ਥੱਲੇ ਨੂੰ ਐਕਟ ਕਰਦਾ ਕਿਉਂਕਿ ਧਰਤੀ ਜਿਸ ਫੋਰਸ ਨਾਲ ਚੀਜ਼ ਨੂੰ ਥੱਲੇ ਨੂੰ ਖਿੱਚਦੀ ਪਈ ਉਹਨੂੰ ਆਪਾਂ weight ਕਹਿੰਦੇ ਆ। ਠੀਕ ਹੈ, ਔਰ ਇੱਥੇ ਆਪੋਜ਼ਿਟ ਆ ਜਿਹੜੀ ਟੇਬਲ ਹੈ ਇਹਦੇ ਤੇ ਆਪੋਜ਼ਿਟ ਡਾਇਰੈਕਸ਼ਨ 'ਚ ਇੱਕ ਫੋਰਸ ਲਾਊਗੀ ਜਿਹਨੂੰ ਅਸੀਂ ਬੋਲਾਂਗੇ ਨੋਰਮਲ ਰਿਐਕਸ਼ਨ। ਇਹ ਦੋਨੋਂ ਚੀਜ਼ਾਂ ਇਕੁਅਲ ਹੁੰਦੀਆਂ, ਜਿੰਨਾ weight ਹੋਊਗਾ ਓਨਾ ਹੀ ਨੋਰਮਲ ਰਿਐਕਸ਼ਨ ਲੱਗੂਗਾ। ਹੁਣ ਆਪਾਂ ਕਿਹਾ ਸੀ ਜਿਹੜੀ ਇਹਦੀ ਮੈਕਸਿਮਮ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ ਹੈ ਉਹ ਇਸ ਗੱਲ ਤੇ ਡਿਪੈਂਡ ਕਰਦੀ ਹੈ ਇਹਦੇ ਤੇ, ਨੋਰਮਲ ਰਿਐਕਸ਼ਨ ਤੇ। ਇਹਦਾ ਮਤਲਬ ਆਪਾਂ ਘੁਮਾ ਕੇ ਇਹ ਕਹਿ ਸਕਦੇ ਹਾਂ ਵੀ ਉਹ ਇਹਦੇ ਤੇ ਡਿਪੈਂਡ ਕਰਦੀ ਵੀ ਇਹ ਕਹਿੰਦੇ ਤੇ weight ਦੇ ਉੱਤੇ, ਕਿਉਂਕਿ ਇਹ ਦੋਨੋਂ ਚੀਜ਼ਾਂ ਆਪਸ ਵਿੱਚ ਬਰਾਬਰ ਹੈ। weight ਔਰ ਨੋਰਮਲ ਰਿਐਕਸ਼ਨ ਦੇ ਆਰ ਇਕੁਅਲ ਐਂਡ ਆਪੋਜ਼ਿਟ। weight ਥੱਲੇ ਨੂੰ ਹੈ, ਨੋਰਮਲ ਰਿਐਕਸ਼ਨ ਉੱਪਰ ਨੂੰ ਹੈ। ਕਲੀਅਰ ਹੈ। ਹੁਣ ਇਹਦਾ ਮਤਲਬ ਜਿਹੜੀ ਸਟੈਟਿਕ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਹੋਊਗੀ ਵੀ ਬੋਡੀ ਤੁਹਾਡੀ ਕਦੋਂ ਤੱਕ ਰੈਜ਼ਿਸਟ ਕਰੂਗੀ, ਕਦੋਂ ਤੱਕ ਉਹ ਨਹੀਂ ਚੱਲੂਗੀ,
ਆਪੋਜ਼ਿਟ ਡਾਇਰੈਕਸ਼ਨ 'ਚ ਆਪਣੇ ਫੋਰਸ ਲਾਉਂਦੀ ਵੀ ਹੈ, ਪਰ ਉਹ ਕਿੰਨੀ ਵੈਲਿਊ ਮੈਕਸਿਮਮ ਲਾ ਸਕਦੀ ਹੈ ਜਿੰਨਾ ਉਹਦਾ weight ਜ਼ਿਆਦਾ ਹੋਊਗਾ। ਜੇ weight ਜ਼ਿਆਦਾ ਹੋਊਗਾ ਤਾਂ ਨਾਰਮਲ ਡਾਇਰੈਕਸ਼ਨ ਜ਼ਿਆਦਾ ਹੋਊਗਾ, ਨਾਰਮਲ ਡਾਇਰੈਕਸ਼ਨ ਜ਼ਿਆਦਾ ਹੋਊਗਾ ਤਾਂ ਲਿਮਿਟਿੰਗ ਵੈਲਿਊ ਸਟੈਟਿਕ ਫ੍ਰਿਕਸ਼ਨ ਜ਼ਿਆਦਾ ਹੋਊਗੀ। ਜੇ weight ਘੱਟ ਹੋਊਗਾ ਤਾਂ ਲਿਮਿਟਿੰਗ ਵੈਲਿਊ ਸਟੈਟਿਕ ਫ੍ਰਿਕਸ਼ਨ ਘੱਟ ਆਊਗੀ। ਕਲੀਅਰ ਹੈ? ਇੱਥੋਂ ਤੱਕ ਗੱਲ ਕਲੀਅਰ ਹੈ? ਤਾਂ ਅਪ ਟੂ ਦਿਸ ਯੂ ਵਿਲ ਡੂ ਟੂਡੇ। ਠੀਕ ਹੈ, ਇਹਨੂੰ ਦੁਬਾਰਾ ਪਹਿਲੇ ਬੇਟਾ ਨੋਟਸ ਨੂੰ ਪੜ੍ਹਿਆ ਕਰੋ। ਪਹਿਲੇ ਜਿਹੜੇ ਨੋਟਸ ਹੈ ਨਾ ਵਾਲੇ ਪੇਜ ਨੰਬਰ, ਜਿਵੇਂ ਆਪਾਂ ਕਿਹਾ ਸੀ 14, ਆ 14 ਹੈ, ਆ ਜਿਹੜਾ ਨੈਕਸਟ ਪੇਜ ਹੈ ਪੇਜ ਨੰਬਰ 15 ਹੈ। 14 15 ਦੋ ਪੇਜ ਹੋ ਗਏ, ਇਹਨਾਂ ਨੂੰ ਧਿਆਨ ਨਾਲ ਪੜ੍ਹੋ। ਪੜ੍ਹਨ ਤੋਂ ਬਾਅਦ ਫਿਰ ਤੁਸੀਂ ਵੀਡੀਓ ਲੈਕਚਰ ਨੂੰ ਦੇਖੋ, ਸੁਣੋ। ਠੀਕ ਹੈ, ਫਿਰ ਸੁਣਨ ਤੋਂ ਬਾਅਦ ਤੁਹਾਨੂੰ ਜਿੱਥੇ ਤੇ ਡਾਊਟ ਹੋਣ ਉਹਨੂੰ ਦੁਬਾਰਾ ਦੇਖ ਕੇ ਫਿਰ ਆਪਦੀ ਕਾਪੀ ਦੇ ਉੱਤੇ ਨੋਟ ਕਰੋ। ਜਦੋਂ ਕਾਪੀ ਉੱਪਰ ਨੋਟ ਕਰ ਲਓਗੇ, ਉੱਥੋਂ ਇੱਕ ਦੋ ਵਾਰੀ ਪੜ੍ਹ ਲਓਗੇ, ਫਿਰ ਲਿਖ ਕੇ ਦੇਖਣਾ। ਫਿਰ ਕਾਪੀ ਦੇ ਉੱਪਰ ਆਪੇ ਲਿਖ ਕੇ ਦੇਖਣਾ। ਜਦੋਂ ਤੁਸੀਂ ਲਿਖਣ ਲੱਗ ਗਏ ਫਿਰ ਤੁਹਾਨੂੰ ਇਹਦਾ ਮਤਲਬ ਪੱਕੇ ਤੌਰ ਤੇ ਚੀਜ਼ ਆ ਗਈ। ਕਲੀਅਰ? ਚਲੋ, ਹੈਪੀ ਲਰਨਿੰਗ, ਵਧੀਆ ਕਰੋ ਐਂਡ ਆਲ ਦਾ ਬੈਸਟ। ਠੀਕ ਹੈ, ਔਰ ਥੋੜਾ ਕੋਸ਼ਿਸ਼ ਕਰਿਆ ਕਰੋ, ਪੜ੍ਹਨ ਦੀ ਕੋਸ਼ਿਸ਼ ਕਰੋ। ਜਿਹੜੇ ਕੋਈ ਡਾਊਟਸ ਹੋਣ, ਜਿਹੜੀ ਗੱਲ ਦੀ ਸਮਝ ਨਾ ਲੱਗੇ, ਕੋਈ ਗੱਲ ਨਾ ਪਤਾ ਚੱਲੇ, ਉੱਥੋਂ ਪੁੱਛ ਲੈਣਾ ਬੇਟਾ। ਠੀਕ ਹੈ, ਤੁਸੀਂ ਪਹਿਲੇ ਜਦੋਂ ਸਾਇੰਸ ਪੜ੍ਹਦੇ ਹੋ ਸਕੂਲਾਂ ਵਿੱਚ, ਹੈ ਨਾ, ਉਦੋਂ ਮੋਸਟਲੀ ਅਸੀਂ ਦੇਖਿਆ ਵੀ ਸਾਇੰਸ ਵੀ ਅਸੀਂ ਸਮਾਜਿਕ ਵਾਂਗੂ ਪੜ੍ਹਦੇ ਹਾਂ। ਜਿਵੇਂ ਸਮਾਜਿਕ ਸਿੱਖਿਆ ਹੁੰਦੀ ਹੈ ਨਾ, ਵੀ ਰੱਟੇ ਜੇ ਲਾ ਲਏ, ਹੈ ਨਾ। ਹੋ ਸਕਦਾ ਤੁਹਾਡੇ 'ਚੋਂ ਕੁਝ ਜਣੇ ਵਧੀਆ ਪੜ੍ਹੇ ਹੋਣ, ਪਰ ਕਈ ਜਣੇ ਸਾਡੇ ਕੋਲ ਸਟੂਡੈਂਟਸ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਇਹ ਚੀਜ਼ ਸਾਡੇ ਧਿਆਨ 'ਚ ਆਉਂਦੀ ਹੈ ਵੀ ਸ਼ਾਇਦ ਉਹ ਉਸ ਤਰੀਕੇ ਨਾਲ ਸਟਾਰਟਿੰਗ ਤੋਂ ਇਹਨਾਂ ਨੂੰ ਉਵੇਂ ਗਾਈਡੈਂਸ ਉਵੇਂ ਪੜ੍ਹਾਇਆ, ਸ਼ਾਇਦ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ। ਅਤੇ ਹੁਣ ਉਹਨਾਂ ਚੀਜ਼ਾਂ ਨੂੰ ਭੁੱਲ ਜਾਓ। ਜਿੰਨਾ ਤੁਸੀਂ ਪੜ੍ਹੇ ਹੋ ਬਹੁਤ ਵਧੀਆ ਪੜ੍ਹੇ ਹੋ, ਜਿੰਨੇ ਮਾਰਕਸ ਆਏ ਆ ਬਹੁਤ ਵਧੀਆ ਆਏ ਹੈ। ਹੁਣ ਆਪਾਂ ਸਾਰੇ ਇੱਕ ਬਰਾਬਰ ਆ, ਤੁਸੀਂ ਸਾਰੇ ਜਣੇ। ਠੀਕ ਹੈ, ਸਾਰੇ ਹੀ ਹੁਣ 11th ਕਲਾਸ 'ਚ ਸਟਾਰਟ ਤੋਂ ਕਰ ਰਹੇ ਹੋ। ਜਿਹੜਾ ਬੱਚਾ ਵਧੀਆ ਕਰੂਗਾ, ਜਿਵੇਂ ਆਪਾਂ ਰੇਸ ਲਗਾਉਂਦੇ ਹਾਂ, ਸਾਰਿਆਂ ਨੂੰ ਬਰਾਬਰ ਪਹਿਲੇ ਖੜਾਉਂਦੇ ਹਾਂ ਨਾ ਇੱਕ ਲਾਈਨ ਵਿੱਚ। ਸਕੂਲ 'ਚ ਕਦੇ ਰੇਸ ਲਗਾਈ ਹੋਣੀ ਹੈ, ਇੱਕ ਲਾਈਨ ਮਾਰਦੇ ਹੈ ਨਾ ਟੀਚਰ, ਇੱਕ ਲਾਈਨ ਮਾਰ ਕੇ ਸਾਰਿਆਂ ਨੂੰ ਉੱਥੇ ਖੜਾਉਂਦੇ ਆ ਬਰਾਬਰ, ਕਿਉਂਕਿ ਅਸੀਂ ਤੁਹਾਨੂੰ ਬਰਾਬਰ ਦੀ ਓਪਰਚੁਨਿਟੀ ਦਿੰਦੇ ਹਾਂ। ਫਿਰ ਇੱਕ ਵਿਸਲ ਵੱਜਦੀ ਹੈ ਜੋ ਤੁਸੀਂ ਭੱਜਣਾ ਸ਼ੁਰੂ ਕਰਦੇ ਨੇ। ਫਿਰ ਉਸ ਤੋਂ ਬਾਅਦ ਤੁਹਾਡੀ ਕਾਬਲੀਅਤ ਹੈ, ਤੁਹਾਡੀ ਕਿੰਨਾ ਤੁਸੀਂ ਵਧੀਆ ਰਨ ਕਰਦੇ ਹੋ, ਕਿੰਨਾ ਤੇਜ਼ ਭੱਜਦੇ ਹੋ, ਕਿੰਨੀ ਤੁਸੀਂ ਪ੍ਰੈਕਟਿਸ ਕੀਤੀ ਹੈ, ਉਸ ਗੱਲ 'ਤੇ ਡਿਪੈਂਡ ਕਰੂਗਾ ਕਿ ਹੂ ਵਿਲ ਵਿਨ। ਫਸਟ ਨੰਬਰ 'ਤੇ ਕੌਣ ਆਊਗਾ, ਸੈਕਿੰਡ 'ਤੇ ਕੌਣ ਆਊਗਾ, ਥਰਡ 'ਤੇ ਕੌਣ ਆਊਗਾ। ਬਟ ਆਲ ਆਫ ਯੂ ਹੈਵ ਸੇਮ ਓਪਰਚੁਨਿਟੀ। ਤੁਹਾਡੇ ਸਾਰਿਆਂ ਕੋਲ ਬਰਾਬਰ ਦਾ ਅਸੀਂ ਮੌਕਾ ਦਿੱਤਾ ਹੈ। ਸੇਮ ਕੇਸ ਇੱਥੇ ਹੈ ਬੇਟਾ। ਹੁਣ ਪਿਛਲਾ ਭੁੱਲ ਜਾਓ, ਕੌਣ ਕਿਵੇਂ ਸੀ, ਕੌਣ ਕਿੱਥੇ ਪੜ੍ਹਿਆ, ਕਿਵੇਂ ਪੜ੍ਹਿਆ, ਉਹਨੂੰ ਛੱਡ ਦਿਓ। ਹੁਣ ਸਾਰਿਆਂ ਕੋਲ ਬਰਾਬਰ ਦਾ ਮੌਕਾ ਹੈ। ਹੁਣ ਵੀ ਪੜ੍ਹੋਗੇ, ਜਿਹੜਾ ਹੁਣ ਅੱਛਾ ਪੜ੍ਹੂਗਾ ਉਹ ਅੱਛਾ ਪਰਫਾਰਮ ਕਰੂਗਾ। ਓਕੇ, ਐਂਡ ਆਲ ਦਾ ਬੈਸਟ। ਵਧੀਆ ਪੜ੍ਹੋ ਐਂਡ ਆਲਸੋ ਸਟੇ ਸੇਫ। ਆਪਣਾ ਘਰ ਰਿਹਾ ਕਰੋ, ਹਜੇ ਸੇਫ ਰਹੋ, ਬਾਹਰ ਨਹੀਂ ਜਾਣਾ। ਠੀਕ ਹੈ, ਹਜੇ ਉਹ ਬਿਮਾਰੀ ਵਾਲਾ ਕਨਸੈਪਟ ਬੇਟਾ ਖ਼ਤਮ ਨਹੀਂ ਹੋਇਆ। ਲੋਕਡਾਊਨ ਜ਼ਰੂਰ ਥੋੜਾ ਢਿੱਲਾ ਅੱਗੇ ਨਾਲੋਂ। ਠੀਕ ਹੈ, ਲੋਕ ਬਾਹਰ ਜਾ ਰਹੇ ਹੈ, ਬਟ ਤੁਸੀਂ ਕੋਸ਼ਿਸ਼ ਕਰਨੀ ਹੈ ਬਾਹਰ ਨਹੀਂ ਜਾਣਾ। ਔਰ ਜੇ ਕਦੇ ਜਾਣਾ ਪੈਂਦਾ ਤਾਂ ਆਪਣੀ ਪ੍ਰੀਕੋਸ਼ਨਸ ਰੱਖਣੀ ਹੈ। ਠੀਕ ਹੈ, ਸਟੇ ਸੇਫ ਐਂਡ ਹੈਪੀ ਲਰਨਿੰਗ। ਵਧੀਆ ਪੜ੍ਹੋ ਐਂਡ ਆਲ ਦਾ ਬੈਸਟ। ਓਕੇ, ਬਾਏ।